ਹੈਲੋ एवरीवन ਮਾਈਸੈਲਫ ਰਮਨ ਸ਼ਰਮਾ। ਐਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ YouTube ਦੇ ਉੱਤੇ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਨੂੰ ਅਪਲੋਡ ਕਰ ਰਹੇ ਹਾਂ ਜੋ ਬਹੁਤ ਬੱਚਿਆਂ ਦੇ ਲਈ ਹੈਲਪਫੁਲ ਵੀ ਨੇ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਘਰੇ ਬਹਿ ਕੇ ਜਸਟ ਵੀਡੀਓਜ਼ ਦੇ ਸਹਾਰੇ ਦੀ ਪ੍ਰੈਪਰੇਸ਼ਨ ਕਰੋ। ਤੁਸੀਂ ਕਿਸੇ ਵੀ ਇੰਸਟੀਚਿਊਟ ਜਾਂਦੇ ਹੋ, ਤੁਸੀਂ ਕਿਸੇ ਦੀ ਹੈਲਪ ਵੀ ਲੈਣੇ ਹੋਗੇ, ਦੈਟਸ ਵੈਰੀ ਗੁੱਡ। ਪਰ ਇਹ ਵੀਡੀਓਜ਼ ਨੇ ਜਿਹੜੀਆਂ ਤੁਹਾਡੇ ਲਈ ਇਹ ਟ੍ਰਿਕਸ ਦੇ ਰੂਪ 'ਚ ਤੁਹਾਨੂੰ ਬਹੁਤ ਵੈਲਿਊਏਬਲ ਹੋਣਗੀਆਂ। ਤੇ ਯਕੀਨ ਕਰਿਓ ਕਿ ਜਦੋਂ ਤੁਸੀਂ ਐਗਜ਼ਾਮ ਦਿਓਗੇ, ਐਗਜ਼ਾਮੀਨੇਸ਼ਨ ਹਾਲ 'ਚ ਬੈਠੋਗੇ, ਚਲੋ ਮੈਂ ਐਗਜ਼ਾਮੀਨੇਸ਼ਨ ਹਾਲ ਤਾਂ ਬਹੁਤ ਦੂਰ ਦੀ ਗੱਲ ਹੈ, ਜਿਹੜਾ ਕੋਈ ਬੱਚਾ ਕਿਸੇ ਇੰਸਟੀਚਿਊਟ 'ਚ ਵੀ ਇਸ ਟਾਈਮ ਪ੍ਰੈਪਰੇਸ਼ਨ ਕਰ ਰਿਹਾ ਹੈਗਾ, ਤੁਸੀਂ ਇਹ ਟ੍ਰਿਕਸ ਨੂੰ ਅਪਲਾਈ ਕਰਕੇ ਦੇਖਿਓ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਹਾਂ ਇਹਦੇ ਨਾਲ ਐਂਸਰਸ ਕਿੰਨੇ ਅੱਛੇ ਤਰੀਕੇ ਨਾਲ ਲੱਭਦੇ ਆ। ਬਸ ਮੇਨ ਚੀਜ਼ ਕੀ ਹੈ ਕਿ ਆਪਣਾ ਕੰਸਨਟਰੇਟ ਬਣਾਉਣਾ ਪੈਂਦਾ ਹੈਗਾ। ਅੱਜ ਜਿਹੜਾ ਮੋਡਿਊਲ ਮੈਂ ਪਿਕ ਕੀਤਾ ਹੈਗਾ ਉਹਦਾ ਨਾਮ ਰੀਡਿੰਗ ਹੈ। ਤੇ ਰੀਡਿੰਗ ਦੇ ਵਿੱਚ ਸਭ ਤੋਂ ਇੰਟਰਸਟਿੰਗ ਚੀਜ਼ ਮੈਂ ਦੱਸਾਂ ਤੁਹਾਨੂੰ, ਮਤਲਬ ਕਿ ਇੰਟਰਸਟਿੰਗ ਤਾਂ ਬੱਚਿਆਂ ਨੂੰ ਬਹੁਤ ਨਹੀਂ ਲੱਗਦੀ ਹੈਗੀ ਰੀਡਿੰਗ, ਪਰ ਮੈਂ ਤੁਹਾਨੂੰ ਇੱਕ ਚੀਜ਼ ਸ਼ੋਅ ਕਰਨਾ, ਜਸਟ 1 ਸੈਕਿੰਡ। ਸਾਰੇ ਬੱਚਿਆਂ ਨੂੰ ਇਹ ਚੀਜ਼ ਪਤਾ ਹੈ ਕਿ ਰੀਡਿੰਗ ਮੋਡਿਊਲ ਨੂੰ ਬੋਰਿੰਗ ਮੰਨਿਆ ਜਾਂਦਾ ਹੈ, ਪਰ ਬੀਇੰਗ ਐਨ ਆਇਲਸ ਟ੍ਰੇਨਰ ਮੈਂ ਰੀਡਿੰਗ ਨੂੰ ਇੰਟਰਸਟਿੰਗ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਜੋ ਬੱਚਿਆਂ ਦਾ ਇੰਟਰਸਟ ਇਹਦੇ 'ਚ ਪੈਦਾ ਹੋਵੇ ਤੇ ਡੈਫੀਨੇਟਲੀ ਉਹ ਅੱਛਾ ਸਕੋਰ ਗੈਟ ਕਰਨ। ਅੱਜ ਜੋ ਆਪਾਂ ਟਾਕ ਕਰਾਂਗੇ ਦੈਟ ਇਜ਼ ਕਾਲਡ ਲਿਸਟ ਆਫ ਹੈਡਿੰਗ। ਟੂ ਬੀ ਵੈਰੀ ਓਨੈਸਟ, ਲਿਸਟ ਆਫ ਹੈਡਿੰਗ ਇੱਕ ਰੀਡਿੰਗ ਦਾ ਸਭ ਤੋਂ ਇੰਪੋਰਟੈਂਟ ਪਾਰਟ ਹੈ। ਆਊਟ ਆਫ 40 ਕੁਐਸਚਨਸ ਆਪਾਂ ਨੂੰ ਐਗਜ਼ਾਮ ਦੇ ਵਿੱਚ 7 ਜਾਂ 8 ਲਿਸਟ ਆਫ ਹੈਡਿੰਗ ਮਿਲ ਜਾਂਦੇ ਆ। ਬਹੁਤ ਅੱਛੇ ਤਰੀਕੇ ਨਾਲ ਪੜ੍ਹਾਊਂਗਾ ਤੇ ਯਕੀਨ ਕਰਿਓ ਕਿ ਇਹਨਾਂ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ ਡਾਊਟਸ ਨੇ ਜਿਹੜੇ ਉਹ ਕਲੀਅਰ ਹੋਣਗੇ, ਕਿਉਂਕਿ ਬਹੁਤ ਬੱਚੇ ਇੱਕ ਵਹਿਮ 'ਚ ਨੇਗੇ ਕਿ ਸਾਨੂੰ ਟਰਾਂਸਲੇਸ਼ਨ ਨਹੀਂ ਆਉਂਦੀ ਹੈਗੀ, ਜਾਂ ਕਈ ਵਰਡਸ ਪੈਰਾਗ੍ਰਾਫ ਦੇ ਵਿੱਚ ਐਵੇਂ ਦੇ ਹੁੰਦੇ ਆ ਜਿਨ੍ਹਾਂ ਨੂੰ ਉਹ ਦੇਖ ਕੇ ਡਰ ਜਾਂਦੇ ਆ, ਸ਼ਾਇਦ ਕਈ ਵਾਰ ਉਹਨਾਂ ਨੇ ਟੌਪਿਕ ਹੀ ਨਹੀਂ ਸੁਣਿਆ ਹੁੰਦਾ। ਤਾਂ ਅੱਜ ਦੀ ਜੋ ਮੈਂ ਰੀਡਿੰਗ ਲੈ ਕੇ ਆਇਆ ਤਾਂ ਬਹੁਤ ਸਾਰੇ ਬੱਚਿਆਂ ਨੂੰ ਉਹਦੇ ਬਾਰੇ ਵੀ ਨਹੀਂ ਪਤਾ ਹੋਏਗਾ, ਪਰ ਮੈਂ ਟਰਾਈ ਕਰੂੰਗਾ ਤੁਹਾਨੂੰ ਇਸ ਤਰੀਕੇ ਨਾਲ ਸਮਝਾਉਣ ਦਾ। ਦੇਖੋ, ਫੈਮਿਲੀਅਰ ਟੌਪਿਕ ਐਗਜ਼ਾਮ 'ਚ ਆ ਗਿਆ, ਨੋ ਡਾਊਟ ਸਾਰੇ ਬੱਚੇ ਕਰ ਲੈਣਗੇ। ਅਨਫੈਮਿਲੀਅਰ ਟੌਪਿਕ ਆ ਗਿਆ, ਪ੍ਰੋਬਲਮ ਤਾਂ ਉੱਥੇ ਹੈ। ਟੂ ਬੀ ਵੈਰੀ ਓਨੈਸਟ, ਮੈਂ ਬਹੁਤ ਵਧੀਆ ਤਰੀਕੇ ਨਾਲ ਤੇ ਜ਼ੋਰ ਲਾਉਂਗਾ ਪੂਰਾ ਤੁਹਾਨੂੰ ਪੜ੍ਹਾਉਣ ਤੇ, ਕਿ ਤੁਹਾਨੂੰ ਫੀਲ ਹੋਵੇ ਵੀ ਹਾਂ ਸਾਡਾ ਟ੍ਰੇਨਰ ਸਾਨੂੰ ਪੜ੍ਹਾਉਣ ਤੇ ਜ਼ੋਰ ਲਾ ਰਿਹਾ ਹੈਗਾ, ਕਿ ਅਨਫੈਮਿਲੀਅਰ ਟੌਪਿਕ ਨੂੰ ਵੀ ਆਪਾਂ ਪ੍ਰੋਪਰ ਐਂਸਰਸ ਕਿਵੇਂ ਸਹੀ ਕਰਦੇ ਆ। ਟੂ ਬੀ ਵੈਰੀ ਓਨੈਸਟ, ਆਪਾਂ ਟਾਈਮ ਨਹੀਂ ਵੇਸਟ ਕਰਦੇ। ਅੱਜ ਆਪਾਂ ਰੀਡਿੰਗ ਸ਼ੋਅ ਕਰਨਾ ਮੈਂ ਤੁਹਾਨੂੰ। ਦੇਖੋ, ਅੱਜ ਦੀ ਜੋ ਮੈਂ ਰੀਡਿੰਗ ਹਿੱਟ ਕਰਨ ਲੱਗਿਆ ਬੱਚੇ, ਦੈਟ ਇਜ਼ ਕਾਲਡ ਦ ਨੇਮ ਆਫ ਦ ਰੀਡਿੰਗ। ਬੜੀ ਇੰਟਰਸਟਿੰਗ ਬਣਾਉਂਗਾ ਇਹਨੂੰ ਮੈਂ, ਤੇ ਉਮੀਦ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਵੀ ਆਏਗੀ। ਸੋ ਆਪਾਂ ਜਸਟ ਓਪਨ ਹੈ, ਵੈਰੀ ਫਾਈਨ। ਰੀਡਿੰਗ ਦਾ ਜਿਹੜਾ ਨੇਮ ਹੈ ਬੱਚੇ, ਦੈਟ ਇਜ਼ ਕਾਲਡ ਟੈਕਲਿੰਗ ਓਬੈਸਿਟੀ ਇਨ ਦ ਵੈਸਟਰਨ ਵਰਲਡ। ਮਤਲਬ ਕਿ ਕਦੇ ਵੀ ਤੁਸੀਂ ਲਿਸਟ ਆਫ ਹੈਡਿੰਗ ਕਰਦੇ ਹੋ ਜਾਂ ਕੋਈ ਵੀ ਪੈਸੇਜ ਕਰਦੇ ਹੋ, ਕਾਈਂਡਲੀ ਉਹਦਾ ਜਿਹੜਾ ਪ੍ਰੋਪਰ ਉੱਪਰਲਾ ਹੈਡਿੰਗ ਹੈ ਉਹਨੂੰ ਰੀਡ ਆਊਟ ਕਰਿਆ ਕਰੋ। ਉਸ ਤੋਂ ਤੁਹਾਡੇ ਬੜੇ ਸਾਰੇ ਡਾਊਟਸ ਨੇ ਜਿਹੜੇ ਉਹ ਕਲੀਅਰ ਹੋ ਜਾਣਗੇ। ਐਗਜ਼ਾਮਪਲ ਦੇਖੋ, ਟੈਕਲ ਕਰਨਾ, ਕਿਸੇ ਵੀ ਚੀਜ਼ ਦਾ ਸਾਹਮਣਾ ਕਰਨਾ, ਪ੍ਰੋਬਲਮ ਨੂੰ ਫੇਸ ਕਰਨਾ, ਉਹਨੂੰ ਟੈਕਲ ਕਰਨਾ, ਹਨਾ, ਕਿਵੇਂ ਕਿਸ ਤਰੀਕੇ ਨਾਲ ਆਪਾਂ ਉਹਨੂੰ ਡੀਲ ਕਰਦੇ ਹਾਂ। ਓਬੈਸਿਟੀ ਹੁੰਦੀ ਹੈ ਮੋਟਾਪਾ। ਮਤਲਬ ਆਪਾਂ ਸ਼ੋਰ ਆ ਕਿ ਪੂਰੇ ਪੈਰਾਗ੍ਰਾਫ ਦੇ ਵਿੱਚ ਆਪਾਂ ਨੂੰ ਮੋਟਾਪੇ ਦੀ ਗੱਲ ਹੋਊਗੀ ਇਨ ਦਾ ਵੈਸਟਰਨ ਵਰਲਡ, ਮਤਲਬ ਕਿ ਆਪਾਂ ਨੂੰ ਵੈਸਟਰਨ ਵਰਲਡ ਦੇ ਮੋਟਾਪੇ ਦੀ ਗੱਲ ਕਿ ਉਹ ਕਿਵੇਂ ਟੈਕਲ ਕਰ ਰਹੇ ਆ ਜਾਂ ਕਿਵੇਂ ਕਰਦੇ ਆ। ਆਪਣੇ ਕੋਲੇ ਕੀ ਹੈ ਬੱਚੇ, ABCD EFG, ਮਤਲਬ ਕਿ 3 ਔਰ 4। ਆਪਣੇ ਕੋਲੇ ਟੋਟਲ 7 ਕੁਐਸਚਨਸ ਨੇਗੇ। ਉਸ ਤੋਂ ਬਾਅਦ ਜਿਹੜੇ ਆਪਣੇ ਕੋਲੇ ਲਿਸਟ ਆਫ ਹੈਡਿੰਗ ਨੇ, ਇਹ ਟੋਟਲ ਹੈਗੇ ਬੱਚੇ 11। ਟੂ ਬੀ ਵੈਰੀ ਓਨੈਸਟ, ਆਪਣੇ ਕੋਲੇ 11 ਨੇ ਤੇ ਉਧਰ 7 ਨੇ, 4 ਲਿਸਟ ਆਫ ਹੈਡਿੰਗ ਐਕਸਟਰਾ ਨੇ ਆਪਣੇ ਮਾਈਂਡ ਨੂੰ ਡਾਇਵਰਟ ਕਰਨ ਦੇ ਲਈ। ਮੈਂ ਕਿਸੇ ਵੀ ਬੱਚੇ ਨੂੰ ਆਪਣੇ ਟ੍ਰਿਕ ਦੇ ਅਕੋਰਡਿੰਗ ਇਹ ਨਹੀਂ ਸਿਖਾਊਂਗਾ ਬੱਚੇ ਕਿ ਤੁਸੀਂ ਸਟਾਰਟਿੰਗ ਕਰੋ ਲਿਸਟ ਆਫ ਹੈਡਿੰਗ ਪੜੋ, ਨੈਵਰ ਐਵਰ। ਇਹ ਤਾਂ ਕਦੇ ਪੜਨਾ ਹੀ ਨਹੀਂ ਹੈਗਾ, ਕਿਉਂਕਿ ਤੁਸੀਂ ਬਹੁਤ ਕਨਫਿਊਜ਼ ਹੋ ਜਾਓਗੇ। ਹੈਡਿੰਗ ਕਰੀਦੇ ਕਿਵੇਂ ਹੁੰਦੇ ਆ? ਸਭ ਤੋਂ ਪਹਿਲੀ ਚੀਜ਼ ਕੀ ਹੈ, ਪੈਰਾਗ੍ਰਾਫ A ਓਪਨ ਕੀਤਾ ਆਪਾਂ ਨੇ। ਹੁਣ ਪੈਰਾਗ੍ਰਾਫ A ਓਪਨ ਕਰਨ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਨੂੰ ਨਾ ਇੱਕ ਡਾਊਟ ਹੁੰਦਾ ਹੈ ਕਿ ਸਰ ਵੋਕੈਬਲਰੀ ਦਾ ਕੀ ਕਰੀਏ, ਟਰਾਂਸਲੇਸ਼ਨ ਦਾ ਕੀ ਕਰੀਏ। ਦੇਖੋ, ਜਿਹੜਾ ਬੱਚਾ ਆਇਲਸ ਕਰ ਰਿਹਾ ਉਹ ਮਿਨੀਮਮ +2 ਦਾ ਹੋਏਗਾ। 100% ਮਤਲਬ ਕਿ ਪੈਰਾਗ੍ਰਾਫ ਦੀ ਜੇ ਤੁਹਾਨੂੰ ਟਰਾਂਸਲੇਸ਼ਨ ਨਹੀਂ ਆਉਂਦੀ, ਮੈਂ ਕਹਿੰਦਾ 50% ਤਾਂ 60%, ਮਤਲਬ ਜੇ 50-60 ਛੱਡੋ, ਮੰਨ ਕੇ ਚਲੋ ਤੁਹਾਨੂੰ 10 ਲਾਈਨਸ ਮਿਲੀਆਂ ਨੇ ਉਹਦੇ 'ਚ, ਤਾਂ 10 ਲਾਈਨ 'ਚੋਂ ਘੱਟੋ ਘੱਟ ਤੁਸੀਂ 6 ਲਾਈਨ ਦੀ ਸਮਝ ਤਾਂ ਪਾ ਲਓਗੇ। ਜ਼ਿਆਦਾ ਨਹੀਂ ਮੈਂ ਕਹਿ ਰਿਹਾ, 6 ਨਹੀਂ, ਤੁਸੀਂ 5 ਤਾਂ ਅੰਡਰਸਟੈਂਡ ਕਰ ਲਓਗੇ। ਅੰਡਰਸਟੈਂਡਿੰਗ ਪੈਰੇ ਦੇ ਉੱਤੇ ਆਨਸਰ ਨਿਕਲਦਾ ਹੁੰਦਾ ਹੈ, ਕਦੇ
ਇੱਕੋ ਵਰਡ ਦੇ ਉੱਤੇ ਆਨਸਰ ਸਟਕ ਨਹੀਂ ਕਰਦਾ। ਹੁਣ ਐਗਜ਼ਾਮਪਲ ਦੇਖੋ, ਮੰਨ ਕੇ ਚਲੋ ਇੱਥੇ ਇੱਕ ਕੋਈ ਆ ਦਿੱਤਾ ਹੋਇਆ ਵੋਕੈਬਲਰੀ ਵਰਡ ਹੈ ਸੌਟ ਸੋਲੇਸ ਹੈ। ਟੂ ਬੀ ਵੈਰੀ ਓਨੈਸਟ ਮੈਨੂੰ ਨਹੀਂ ਪਤਾ ਇਹ ਕੀ ਹੁੰਦਾ, ਮੈਂ ਆਪਣੀ ਲਾਈਫ ਦੇ ਵਿੱਚ ਕਦੇ ਪੜ੍ਹਿਆ ਹੀ ਨਹੀਂ ਹੈਗਾ। ਪ੍ਰੋਬਲਮ ਨਹੀਂ ਹੈਗੀ, ਇੱਕ ਵਰਡ ਦੇ ਨਾਲ ਕਦੇ ਇਹ ਨਹੀਂ ਹੁੰਦਾ ਵੀ ਸ਼ਾਇਦ ਮੈਨੂੰ ਉਹ ਇੱਕ ਵਰਡ ਆਉਂਦਾ ਤੇ ਮੇਰਾ ਆਨਸਰ ਠੀਕ ਜਾਂਦਾ। ਨੈਵਰ ਐਵਰ। ਪ੍ਰੋਪਰ ਤੁਹਾਨੂੰ ਮੈਂ ਪੜ੍ਹ ਕੇ ਦਿਖਾਉਣਾ। ਅਸਲੀ ਗੇਮ ਆਇਲਸ ਰੀਡਿੰਗ ਦੀ ਕੰਸਨਟਰੇਟ ਤੇ ਟਰਾਂਸਲੇਸ਼ਨ ਹੈ, ਇਹ ਦੋ ਚੀਜ਼ਾਂ ਕਲੀਅਰ ਹੋਣੀਆਂ ਸ਼ੁਰੂ ਹੋ ਗਈਆਂ, ਆਟੋਮੈਟਿਕਲੀ ਇੰਟਰਸਟ ਬਣਨਾ ਸ਼ੁਰੂ ਹੋ ਜੂ। ਚਲੋ ਆਪਾਂ ਪੈਰਾਗ੍ਰਾਫ A ਰੀਡ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਮੈਥਡਸ ਕਹਾਂਗਾ ਕਿ ਆਪਾਂ ਆਨਸਰਸ ਨੂੰ ਕਿਵੇਂ ਲੱਭਦੇ ਹਾਂ, ਤੇ ਇਸ ਮੈਥਡ ਨਾਲ ਜਿਵੇਂ ਮੈਂ ਪੜਾਉਂਗਾ ਤੁਸੀਂ ਐਵੇਂ ਐਗਜ਼ਾਮ 'ਚ ਪੜ੍ਹ ਕੇ ਆਉਂਗੇ ਨਾ 110% ਤੁਹਾਡੇ ਆਲ ਕੁਐਸਚਨਸ ਸਹੀ ਜਾਣਗੇ। ਮੈਂ ਜ਼ਿਆਦਾ ਨਹੀਂ ਕਹਿੰਦਾ, ਤੁਸੀਂ ਮੇਰੀ ਵੀਡੀਓ ਦੇਖਣ ਤੋਂ ਬਾਅਦ ਨੈਕਸਟ ਟਾਈਮ ਜਦੋਂ ਤੁਸੀਂ ਪ੍ਰੈਪਰੇਸ਼ਨ ਕਰਦੇ ਹੋ ਆਪਣੇ ਇੰਸਟੀਟਿਊਟ 'ਚ ਕਿਤੇ ਵੀ ਕਰਦੇ ਹੋ, ਟਰਾਈ ਕਰਿਓ ਤੇ ਰਿਜ਼ਲਟ ਪੋਜ਼ਿਟਿਵ ਮਿਲੇਗਾ। ਚਲੋ ਦੇਖਦੇ ਹਾਂ। ਕੁਐਸਚਨ ਸਟਾਰਟ ਹੁੰਦਾ ਹੈ, obesity is a huge problem in many western countries and one which now attracts considerable medical interest as researchers take up the challenge to find a cure for the common condition of being seriously overweight। ਮਤਲਬ ਕਿ ਜਿਹੜੀ obesity ਹੈ ਇਹ ਇੱਕ ਬਹੁਤ ਵੱਡੀ ਇੱਕ ਹਿਊਜ ਪ੍ਰੋਬਲਮ ਬਣ ਗਈ, ਵੈਸਟਰਨ ਕੰਟਰੀ ਦੇ ਵਿੱਚ ਬਣ ਗਈ, ਤੇ ਹੁਣ ਇਹਨੂੰ ਕੀ ਕਹਿੰਦੇ ਨੇ, ਜਿਹੜੇ ਮੈਡੀਕਲ ਟਰਮਸ ਦੇ ਨਾਲ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਕ ਚੈਲੰਜ ਬਣ ਗਿਆ। ਪਰ ਇਹਦਾ ਕਿਉਰ ਕਰਨਾ ਲਾਜ਼ਮੀ ਹੋ ਗਿਆ ਕਿ ਓਵਰਵੇਟ ਜਿਹੜੇ ਲੋਕ ਨੇ ਉਹਨਾਂ ਦਾ ਇਲਾਜ ਆਪਾਂ ਕਿਵੇਂ ਕਰਦੇ ਹਾਂ। ਹਾਊਐਵਰ ਰਾਦਰ ਦੈਨ ਟੇਕ ਰਿਸਪੌਂਸਿਬਿਲਿਟੀ ਫॉर देयर weight, ਮਤਲਬ ਕੀ ਹੈ ਕਿ ਲੋਕ ਆਪਣੇ weight ਦੀ, ਆਪਣੇ ਭਾਰ ਦੀ ਜ਼ਿੰਮੇਵਾਰੀ ਨਹੀਂ ਲੈਂਦੇ, ਰਿਸਪੌਂਸਿਬਿਲਿਟੀ ਨਹੀਂ ਲੈਂਦੇ। obese people have often sought solace in the excuse that they have a slow metabolism। ਮੈਟਾਬੋਲਿਜ਼ਮ ਹੁੰਦਾ ਜਿਹੜਾ ਆਪਣੀ ਪਾਚਨ ਸ਼ਕਤੀ ਨੂੰ ਪ੍ਰੋਪਰ ਕੰਟਰੋਲ ਕਰਕੇ ਰੱਖਦਾ ਹੈਗਾ। ਇਹ ਕਹਿੰਦਾ ਵੀ ਜਿਹੜੇ ਮਤਲਬ ਕਿ obese people ਹੁੰਦੇ, ਜਿਹੜੇ ਮੋਟੇ ਲੋਕ ਹੁੰਦੇ ਨੇ, ਉਹ ਕੀ ਕਹਿੰਦੇ ਹੈਗੇ ਕਿ ਸਾਨੂੰ ਮਤਲਬ ਕਿ ਉਹਨਾਂ ਨੇ ਬਲੇਮ ਹੀ ਨਹੀਂ ਲਿਆ, ਆਪਦੇ ਆਪ ਤੇ ਬਲੇਮ ਨਹੀਂ ਲਿਆ ਕਿ ਸਾਡੇ ਆਪਦੇ ਕਰਕੇ ਸਾਡਾ ਭਾਰ ਜ਼ਿਆਦਾ ਹੈ ਕਿਵੇਂ ਹੈ। ਉਹ ਕੀ ਕਹਿੰਦੇ ਆ ਕਿ ਸਾਡਾ ਤਾਂ ਸਲੋ ਮੈਟਾਬੋਲਿਜ਼ਮ ਹੈ। ਉਹਨਾਂ ਨੇ ਇੱਕ ਐਕਸਕਿਊਜ਼ ਕੀਤਾ, ਐਕਸਕਿਊਜ਼ ਹੁੰਦਾ ਬਹਾਨਾ, ਉਹਨਾਂ ਨੇ ਇੱਕ ਬਹਾਨਾ ਲਾਤਾ ਕਿ ਅਸੀਂ ਮੋਟੇ ਤਾਂ ਕਿਉਂਕਿ ਜਿਹੜਾ ਸਾਡਾ ਮੈਟਾਬੋਲਿਜ਼ਮ ਹੈ ਨਾ ਇਹ 'ਚ ਪ੍ਰੋਬਲਮ ਹੈ, ਇਹ ਸਲੋ ਕੰਮ ਕਰਦਾ ਹੈ ਤਾਂ ਕਰਕੇ, ਅਦਰਵਾਈਜ਼ ਅਸੀਂ ਤਾਂ ਪਤਲੇ ਹੁੰਦੇ। ਅ ਜੈਨੇਟਿਕ hiccup which sentences more than half the Australian population, ਮਤਲਬ ਕਿ 63 ਜਿਹੜੇ ਮੈਨ ਨੇ, 47 ਜਿਹੜੀਆਂ ਵੂਮਨ ਨੇ, to a life of battling with their weight। ਮਤਲਬ ਕੀ ਹੈ, ਆਸਟ੍ਰੇਲੀਅਨ ਦੀ ਪੋਪੂਲੇਸ਼ਨ ਦੇ ਵਿੱਚ ਇੰਨੇ ਸਾਰੇ ਲੋਕ ਕੀ ਕਰ ਰਹੇ ਆ, ਉਹ ਇਸ ਪ੍ਰੋਬਲਮ ਦੇ ਨਾਲ ਮਤਲਬ ਕਿ ਜੰਗ ਲੜ ਰਹੇ ਆਗੇ। ਉਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਉਹਨਾਂ ਦਾ weight ਵੱਧ ਰਿਹਾ ਹੈਗਾ ਤੇ ਇੰਨੇ % ਲੋਕ ਨੇ ਜਿਹੜੇ ਉਹ ਇਸ ਪ੍ਰੋਬਲਮ ਨੂੰ ਫੇਸ ਕਰ ਰਹੇ ਆ। The argument goes like this, it does not matter how little they eat। ਉਹ ਕਹਿੰਦੇ ਵੀ ਗੱਲ ਇਹ ਹੈ, ਚਾਹੇ ਅਸੀਂ ਜਿੰਨਾ ਮਰਜ਼ੀ ਘੱਟ ਖਾਈਏ they gain weight, ਫਿਰ ਵੀ ਸਾਡਾ ਭਾਰ ਵਧੀ ਜਾਂਦਾ। ਆਪਣੀ ਪੰਜਾਬੀ 'ਚ ਇੱਕ ਐਗਜ਼ਾਮਪਲ ਹੁੰਦੀ ਹੈ, ਅਗਲਾ ਕਹਿੰਦਾ ਨਾ ਇਹਨੂੰ ਤਾਂ ਪਾਣੀ ਵੀ ਲੱਗੀ ਜਾਂਦਾ ਹੈਗਾ। ਮਤਲਬ ਉਹ ਕਹਿੰਦਾ ਵੀ ਚਾਹੇ ਜਿਹੜੇ ਹੈਲਦੀ ਪੀਪਲ ਨੇ, ਜਿਹੜੇ ਓਬੈਸਿਟੀ ਪੀਪਲ ਨੇ ਨਾ, ਮੋਟੇ ਲੋਕ ਨੇਗੇ, ਉਹ ਕਹਿੰਦੇ ਅਸੀਂ ਚਾਹੇ ਘੱਟ ਵੀ ਖਾਂਦੇ ਆ ਪਰ ਫਿਰ ਵੀ ਸਾਡੀ ਜਿਹੜੀ ਬਾਡੀ ਆ ਉਹਦਾ weight ਹੈ ਜਿਹੜਾ ਵੱਧਦਾ ਹੈਗਾ। ਬਿਕਾਜ਼ देयर bodies break down food and turn into energy more slowly। ਕਿ ਸਾਡੀ ਜਿਹੜੀ ਬਾਡੀ ਹੈ ਨਾ ਉਹ ਜਿਹੜਾ ਫੂਡ ਹੈ ਉਹਨੂੰ ਬ੍ਰੇਕ ਡਾਊਨ ਬੜੀ ਸਲੋਲੀ ਕਰਦੇ ਆ, ਸਾਨੂੰ એનર્ਜੀ ਵੀ ਬੜੀ ਘੱਟ ਮਿਲਦੀ ਹੈ ਦੈਨ ਦੋਜ਼ ਵਿਦ ਸੋ ਕਾਲਡ ਨਾਰਮਲ ਮੈਟਾਬੋਲਿਸਟਿਕ ਰੇਟ। ਜਿਹੜੇ ਆਮ ਲੋਕ ਹੁੰਦੇ ਨੇ, ਜਿਹੜੇ ਪਤਲੇ ਹੁੰਦੇ ਨੇ ਨਾ, ਕਹਿੰਦੇ ਉਹਨਾਂ ਦਾ ਮੈਟਾਬੋਲਿਜ਼ਮ ਜਿਹੜਾ ਬਹੁਤ ਜ਼ਿਆਦਾ ਕੰਮ ਕਰਦਾ ਹੈਗਾ ਤੇ ਸਾਡਾ ਘੱਟ ਕੰਮ ਕਰਦਾ ਹੈ। ਪ੍ਰੋਪਰ ਪੈਰਾਗ੍ਰਾਫ ਪੜ੍ਹਿਆ, ਪੈਰੇ ਨੂੰ ਰੀਡ ਕਰਨ ਦੇ ਬਾਅਦ ਮੈਨੇ ਇੱਕ ਚੀਜ਼ ਦੇਖੀ, ਮੈਂ ਸਾਰੀ ਨੂੰ ਟਰਮ ਨੂੰ ਪੜ੍ਹ ਲਿਆ। ਕਹਿੰਦਾ ਵੀ ਵੈਸਟਰਨ ਕੰਟਰੀ 'ਚ ਲੋਕ ਪ੍ਰੋਬਲਮ ਫੇਸ ਕਰ ਰਹੇ ਨੇ ਮੋਟਾਪੇ ਦੀ, ਇਟਸ ਓਕੇ, ਜਿੰਨੇ ਵੀ ਮੈਨ ਨੇ ਜਿੰਨੇ ਵੂਮਨ ਨੇ ਫਾਈਨ। ਉਹ ਆਪਦੇ ਆਪ ਨੂੰ ਰਿਸਪੌਂਸੀਬਲ ਨਹੀਂ ਕਹਾਉਂਦੇ, ਉਹ ਕਹਿੰਦੇ ਵੀ ਜਿਹੜਾ ਸਾਡਾ ਮੈਟਾਬੋਲਿਜ਼ਮ ਹੈ ਨਾ ਉਹ ਸਲੋ ਹੈ, ਅਦਰਵਾਈਜ਼ ਅਸੀਂ ਪਤਲੇ ਹੁੰਦੇ। ਮਤਲਬ ਕਿ ਉਹਨਾਂ ਨੇ ਇੱਕ ਐਕਸਕਿਊਜ਼ ਲਾਇਆ, ਇੱਕ ਬਹਾਨਾ ਲਾਇਆ ਵੀ ਸਾਡੇ ਮੈਟਾਬੋਲਿਜ਼ਮ ਕਰਕੇ ਹੀ ਅਸੀਂ ਮੋਟੇ ਆ, ਅਦਰਵਾਈਜ਼ ਐਵੇਂ ਦੀ ਕੋਈ ਗੱਲ ਨਹੀਂ। ਚਲੋ ਆਜੋ ਆਪਾਂ ਆਨਸਰ ਲੱਭਣ ਜਾਂਦੇ ਆ ਆਪਣੇ ਹੁਣ ਲਿਸਟ ਆਫ ਹੈਡਿੰਗ ਤੇ। ਸਭ ਤੋਂ ਵਧੀਆ ਮੈਥਡ ਇਹ ਹੈ ਬੱਚੇ ਕਿ ਵੀ ਆਰ ਨਾਟ ਗੋਇੰਗ ਟੂ ਫਾਈਂਡ ਆਰ ਐਕੂਰੇਟ ਆਨਸਰ, ਕਿ ਸਾਡਾ ਆਨਸਰ 1 ਹੈ 2 ਹੈ 3 ਹੈ, ਨਹੀਂ। ਆਪਾਂ ਐਲੀਮੀਨੇਸ਼ਨ ਮੈਥਡ ਯੂਜ਼ ਕਰਾਂਗੇ। ਸਭ ਤੋਂ ਬੈਸਟ ਮੈਥਡ ਹੈਗਾ ਰੀਡਿੰਗ ਦੇ ਹੈਡਿੰਗ ਦਾ। ਆਪਾਂ ਇਹ ਕਰਨਾ, ਇਹ ਮੇਰਾ ਆਨਸਰ ਨਹੀਂ ਹੈਗਾ, ਇਹ ਮੇਰਾ ਆਨਸਰ ਨਹੀਂ ਹੈਗਾ, ਤੇ 110% ਆਪਾਂ ਸ਼ੋਰ ਹੋ ਕੇ ਆਵਾਂਗੇ ਕਿ ਸਾਡਾ ਆਨਸਰ ਐਕੂਰੇਟ ਕਿਹੜਾ ਹੈਗਾ। ਚਲੋ ਦੇਖੋ ਰੀਡ ਕਰਦੇ ਹਾਂ। obesity in animals, ਗੌਰ ਨਾਲ ਦੇਖੋ, obesity in animal ਦੀ ਕਿਤੇ ਟਾਕ ਨਹੀਂ ਹੋਈ, ਮਤਲਬ ਕਿ 1 ਤਾਂ ਨਹੀਂ ਹੈਗਾ। hidden dangers, no talk। proof of the truth, no talk। new perspective on the horizon, ਕੋਈ ਨਵਾਂ perspective ਨਹੀਂ ਮਿਲਿਆ।
नो नॉन ट्रीटमेंट ये भी नहीं हैगा। रॉडेंट ना हमेशा चूहियां ਲਈ ਜਿਵੇਂ ਮਾਈਸ ਤੇ ਮਾਊਸ ਹੁੰਦੇ ਰੈਟ ਹੁੰਦੇ ਨਾ ਉਹ ਰॉडेंट ਉਹਨਾਂ ਦਾ ਵਰਡ ਹੈਗਾ ਇਹ। ਰਿਸਰਚ ਲੀਡਸ ਅਵੇ नो एक्सपर्ट एक्सप्लेन्स एनर्जी रिक्वायरमेंट्स ऑफ ओबेस पीपल कोई उन्होंने हाले की नहीं हैगी। वेरी अनकॉमन कंप्लेंट नहीं बहुत बच्चों को शायद कंप्लेंट वर्ड तो लगता होगा भी उन्होंने कंप्लेंट अपने मैटाबोलिज्म की की सी पर करी किनू सी उन्होंने मैटाबोलिज्म थोड़ी ना करी है उन्होंने तो डॉक्टर नू करी है। सो एक्यूरेट आंसर ये भी नहीं हैगा। नेचर नेवर एवर शिफ्टिंग द ब्लेम एक्यूरेट राइट आंसर आपां नू देखो तुहानू भी दिमाग 'ਚ हिट किया होगा 10th आया क्यों शिफ्टिंग द ब्लेम बच्चे क्योंकि देखो गौर नाल देखो उन्होंने ब्लेम की किया कि साडे भारी होने का सब तो वड्डा जिहड़ा कारण है वो साडा मैटाबोलिज्म है वो स्लो काम करता है तां करके असीं मोटे हां। जे साडा मैटाबोलिज्म फास्ट हुंदा तां असीं पतले हुंदे। तां डेफिनेटली लाइफस्टाइल चेंज की कोई टॉक नहीं तुसीं सारे इन्हां नूं एक बार लिस्ट ऑफ हेडिंग नूं दुबारे भी देख लो किसे नाल कोई मैच नहीं हैगा सिवाय 10th दे। शिफ्टिंग द ब्लेम इज आर एक्यूरेट आंसर। सो मैं तुहानूं कहूंगा कि पहला जिहड़ा अपना आंसर हैगा फर्स्ट आंसर आपां नूं मिल गया पैराग्राफ ए दा इहदे अगे एक्स 10th ते इह गल दी भी गौर रखियो कि जदों कदे भी आपां अपने आंसर नूं लिखना हैगा तां रोमन दे विच लिखांगे क्योंकि अपना जिहड़ा अपने तो पुछया भी रोमन दे विच गया ते डेफिनेटली जिहड़ी आपां इहनूं प्लेस अप करांगे वो रोमन च करांगे। ये नहीं हैगा कि 10th नूं 10 पावांगे बिल्कुल गलत मैथड हो जाएगा आंसर लभ्या लभाया भी गलत हो जाएगा। सो पैराग्राफ बी ते आउणा उम्मीद करदा तुहानूं पैराग्राफ ए बड़ा अच्छा समझ आया होगा ते जिहड़े नैक्सट पैराग्राफ ने ना एक स्टोरी टाइप अगे वधणगे ते होर इंटरस्ट बनना शुरू होगा। चलो पैराग्राफ बी देख रहे हैं आपां। दिस इज नॉनसेंस सेज डॉक्टर सूजन जेब फ्रॉम द डन न्यूट्रिशन यूनिट कैम्ब्रिज इन इंग्लैंड। वेरी गुड। जिहड़ा एक डॉक्टर है ਉਹਦਾ ਨਾਮ सूजन जेब है वो कहना भी ये बिल्कुल बकवास गल है। Despite the persistence of this metabolism myth, science has known for several years that the exact opposite is in fact true. डॉक्टर ने तो बिल्कुल उल्ट गल कहती कि कोई मैटाबोलिज्म दे मतलब कि ਜਿਹੜੇ ਲੋਕ ਆਪਣੇ ਆਪ ਉੱਪਰਲੇ ਸਟੈਂਜਸ ਕਰਕੇ ਨਾ ਵੀ ਅਸੀਂ ਸਾਡਾ ਮੈਟਾਬੋਲਿਜ਼ਮ ਸਲੋ ਕੰਮ ਕਰਦਾ ਸੀ ਤਾਂ ਮੋਟੇ ਆ डॉक्टर ने कहता भी ये बिल्कुल बकवास गल हैगी बिल्कुल गलत गल हैगी। साइंस ने भी ये प्रूव करता की किता फैट पीपल हैव फास्टर मैटाबोलिज्म ਜਿਹੜੇ ਲੋਕ ਮੋਟੇ ਆ ਉਹਨਾਂ ਦਾ ਮੈਟਾਬੋਲਿਜ਼ਮ ਤਾਂ ਸਗੋਂ ਫਾਸਟਰ ਹੁੰਦਾਗਾ ਦੈਨ ਇਨ ਥਿਨ ਪੀਪਲ ਬਲਕਿ ਜਿਹੜੇ ਪਤਲੇ ਹੁੰਦੇ ਆ ਉਹਨਾਂ ਦਾ ਨਹੀਂ ਹੁੰਦਾ। what is very clear ਹੋਰ ਕੀ ਗੱਲ ਕਲੀਅਰ ਕੀਤੀ ਹੈ says Dr. Jeb is that overweight people actually burn off more energy। ਜਿਹੜੇ overweight ਨੇ ਉਹ એનર્ਜੀ ਵੀ ਬਹੁਤ ਜ਼ਿਆਦਾ ਬਰਨ ਕਰਦੇ ਆ। they have more cells definitely ਜੇ ਸਰੀਰ ਏਡਾ ਵੱਡਾ ਤਾਂ ਸੈੱਲ ਵੀ ਜ਼ਿਆਦਾ ਹੋਣਗੇ। bigger hearts bigger lungs ਉਹਨਾਂ ਦਾ ਸਾਈਜ਼ ਵੀ ਅੰਦਰੋਂ ਬਹੁਤ ਵੱਡਾ ਹੁੰਦਾ ਹੈ and they all need more energy just to keep going ਤੇ ਉਹਨਾਂ ਨੂੰ ਹੋਰ એનર્ਜੀ ਦੀ ਲੋੜ ਹੁੰਦੀ ਹੈ ਐਵੇਂ ਅੱਗੇ ਚੱਲਣ ਦੇ ਲਈ। ਸਭ ਕੁਝ ਉੱਪਰਲੇ ਪੈਰੇ ਤੋਂ ਉਲਟ ਕਰਤਾ। ਡਾਕਟਰ ਕਹਿੰਦਾ ਬਿਲਕੁਲ ਗਲਤ ਗੱਲ ਹੈ ਮੋਟੇ ਲੋਕਾਂ ਦਾ ਮੈਟਾਬੋਲਿਜ਼ਮ ਫਾਸਟ ਕੰਮ ਕਰਦਾ ਹੈ ਪਤਲਿਆਂ ਦਾ ਘੱਟ ਕਰਦਾ ਹੈਗਾ ਤੇ ਉਹ ਕਹਿੰਦਾ ਵੀ ਜਿਹੜੇ ਇਹਨਾਂ ਨੂੰ એનર્ਜੀ ਦੀ ਵੀ ਹੋਰ ਬਹੁਤ ਲੋੜ ਹੁੰਦੀ ਹੈਗੀ ਤੇ ਜਿਹੜਾ ਇਹਨਾਂ ਦਾ ਮੈਟਾਬੋਲਿਜ਼ਮ ਹੈਗਾ ਉਹ ਕੀ ਇੱਥੇ ਲਿਖਿਆ ਜੀ ਆਪਾਂ ਨੂੰ ਕਿ ਜਿਹੜੀ ਇਹ ਬਰਨ ਆਫ ਮੋਰ એનર્ਜੀ ਓਵਰਵੇਟ ਲੋਕ ਨੇ ਇਹਨਾਂ ਦੀ એનર્ਜੀ ਵੀ ਜ਼ਿਆਦਾ ਬਰਨ ਹੁੰਦੀ ਹੈ। ਸਾਰਾ ਪੈਰਾ ਪੜਨ ਤੋਂ ਬਾਅਦ ਆਜੋ ਆਪਾਂ ਕੁਐਸਚਨ ਤੇ ਆਉਂਦੇ ਹਾਂ। ਆਪਾਂ ਨੀਚੇ ਤੋਂ ਚੱਲਦੇ ਹਾਂ ਚਲੋ ਇਤਕੇ ਹੈ ਨਾ। ਲਾਈਫਸਟਾਈਲ ਚੇਂजेस टॉक 0 शिफ्टिंग ब्लेम डन नेचर नो अनकॉमन कंप्लेंट नो एक्सपर्ट एक्सप्लेन्स एनर्जी रिक्वायरमेंट्स ऑफ ओबेस पीपल। चलो मैं एक बार रख दें ऊपर देख ला कितना होर कुछ मिल जे। रॉडेंट रिसर्च बिल्कुल टॉक नहीं नॉन ट्रीटमेंट की कोई टॉक नहीं नवा कोई परस्पैक्टिव नहीं हैगा कोई हॉरिजॉन का मिलिया होवे कोई प्रूफ भी नहीं मिलिया हिडन डेंजर की टॉक भी नहीं करी ओबेसिटी इन एनिमल की टॉक भी नहीं करी। तो डेफिनेटली मैं 7th ਨੂੰ ਇੱਕ ਵਾਰ ਦੁਬਾਰਾ ਦੇਖਦਾ। एक्सपर्ट एक्सप्लेन्स एनर्जी रिक्वायरमेंट्स एक्सपर्ट कौन ने डॉक्टर उन्होंने एक्सप्लेन किया सी एनर्जी रिक्वायर्ड कि मोटे लोगों को ज्यादा एनर्जी की लोड़ होती है। तो डेफिनेटली जो अपना सैकेंड आंसर हैगा वो अपना किहड़ा हो गया बच्चे दैट इज कॉल्ड 7th। देखो इत्थे भी दिता होया उन्होंने they have more cell ਉਹਨਾਂ ਚ more cell ਨੇ they all need more energy ਉਹਨਾਂ ਨੂੰ ਹੋਰ એનર્ਜੀ ਮਤਲਬ ਕਿ ਉਹਨਾਂ ਨੂੰ more એનર્ਜੀ ਦੀ ਜ਼ਰੂਰਤ ਹੈ। ਤਾਂ ਡੈਫੀਨਿਟਲੀ ਐਕਸਪਰਟ ਐਕਸਪਲੇਨਸ એનર્ਜੀ ਰਿਕੁਆਇਰਮੈਂਟਸ એનર્ਜੀ ਦੀ ਰਿਕੁਆਇਰਮੈਂਟ ਕਿੰਨਾਂ ਨੂੰ ਓਬੈਸ ਪੀਪਲ ਨੂੰ। ਡੈਫੀਨਿਟਲੀ ਆਪਣੇ 2 ਆਨਸਰਸ ਬੜੇ ਅੱਛੇ ਤਰੀਕੇ ਨਾਲ ਕਲੀਅਰ ਹੋ ਗਏ। ਉਮੀਦ ਕਰਦਾ ਕੋਈ ਡਾਊਟ ਨਹੀਂ ਹੋਏਗਾ ਤੇ ਬੜਾ
मैं फास्ट नहीं पढ़ाना चाहता, मैं बिल्कुल स्लो तरीके नाल ते हर एक बच्चा अंडरस्टैंड करे। तो ये गल याद रखियो, लिस्ट ऑफ हैडिंग एक बार क्लीयर कर लो, चाहे +2 का बच्चा है, चाहे +1 का, सॉरी +1 का कह गया, बैचलर का, चाहे मास्टर्स का। जेडे बच्चे हाँ +1 भी एग्जाम दे सकता है, नो डाउट, मतलब कि वो +2 तो बाद बाहर जा सकता है, पर एग्जाम कोई भी दे सकता है ना। पर मैं तुहानू ये चीज समझाने की कोशिश करता बच्चे कि एक बार लिस्ट ऑफ हैडिंग ने ट्रिक सीख जो, कोई मैटर नहीं करता, सिलेबस आउट ऑफ सिलेबस बन जे, जिथों मर्जी बन जे, इस तरीके नाल तुसी हर एक आंसर नू फाइंड आउट कर लोगे। पैराग्राफ सी, It took only one night spent in the sealed room, एक रात स्पेंट कराई एक सील्ड रूम, जमी रूम नु बंद करके, at the Dunn unit to disabuse one of their patients of the beliefs of a lifetime। लोकां दा बिलीफ सी ना कि साडा मेटाबॉलिज्म है ना जिहड़ा, मोटे लोग कहंदे सीगे ਉਹ ਤਾਂ स्लो काम करदा है। ਉਹਨਾਂ ਨੇ ਕੀ ਕੀਤਾ ਬੱਚੇ, ਇਹਨਾਂ ਨੇ ਇੱਕ ਐਕਸਪੈਰੀਮੈਂਟ ਕਰਨ ਦੇ ਲਈ ਸ਼ੁਰੂ ਕਰਤਾ। ਹਰ ਮੈਟਾਬੋਲਿਜ਼ਮ ਵਾਸ ਫਾਸਟ ਨਾਟ ਸਲੋ। ਉਹ ਜਿਹੜੀ ਇੱਕ ਇਹਨਾਂ ਨੇ ਮੋਟੀ ਲੇਡੀ ਲਈ ਨਾ, ਉਹਦਾ ਮੈਟਾਬੋਲਿਜ਼ਮ ਤਾਂ ਬਹੁਤ ਜ਼ਿਆਦਾ ਫਾਸਟ ਕੰਮ ਕਰਦਾ ਸੀ, ਨਾ ਕਿ ਸਲੋ। ਬਾਈ ਸੀਲਿੰਗ ਦਾ ਰੂਮ ਐਂਡ ਮਾਇਰਿੰਗ ਦਾ ਐਗਜ਼ੈਕਟ ਅਮਾਊਂਟ ਆਫ ਆਕਸੀਜਨ ਸ਼ੀ ਯੂਜ਼ਡ। ਉਹਨਾਂ ਨੇ ਪ੍ਰੋਪਰ ਐਕਸਪੈਰੀਮੈਂਟ ਕਰਿਆ, ਰੂਮ ਨੂੰ ਸੀਲ ਕੀਤਾ, ਉਹਨੇ ਕਿੰਨੀ ਆਕਸੀਜਨ ਲਈ ਉਹ ਸਭ ਕੁਝ ਚੈੱਕ ਕੀਤਾ। ਰਿਸਰਚਰਸ were able to show her that her metabolism was not the culprit। उन्होंने रिसर्चर्स ने लास्ट तक ਉਹਨੂੰ ਪ੍ਰੋਪਰ ਇੰਨਾ ਕਲੀਅਰ ਕਰਤਾ ਕਿ ਫੈਟ ਲੇਡੀ, ਜੇ ਤੂੰ ਫੈਟੀ ਹੈ, ਮੈਟਾਬੋਲਿਜ਼ਮ ਨੂੰ ਕਲਪ੍ਰਿਟ ਨਾ ਮੰਨ, ਇਹਨੂੰ ਕੋਈ ਦੋਸ਼ੀ ਨਾ ਮੰਨ, ਤੁਸੀਂ ਆਪਦੇ ਕਿਸੇ ਹੋਰ ਕਾਰਨ ਕਰਕੇ ਮੋਟੇ ਹੋ, ਤੁਸੀਂ ਮੈਟਾਬੋਲਿਜ਼ਮ ਕਰਕੇ ਨਹੀਂ ਹੋ। इट वॉज नॉट द आंसर शी एक्सपैक्टेड। ਹੁਣ ਡੈਫੀਨੇਟਲੀ ਉਹ ਐਕਸਪੈਕਟ ਹੀ ਨਹੀਂ ਕਰ ਰਹੀ ਸੀਗੀ ਕਿ ਮੈਨੂੰ ਆਹ ਆਨਸਰ ਮਿਲੂਗਾ ਕਿ ਮੇਰੇ ਉਹ ਤਾਂ ਇਹ ਸੋਚਦੀ ਨਾ ਮੈਂ ਮੋਟੀ ਆ, ਮੇਰਾ ਮੈਟਾਬੋਲਿਜ਼ਮ ਸਲੋ ਕੰਮ ਕਰਦਾ ਹੈ। ਪਰ ਉਹਨਾਂ ਨੇ ਥਿਉਰੀ ਦੇ ਵਿੱਚ ਇਹ ਐਕਸਪਲੇਨ ਕਰਤਾ ਕਿ ਤੇਰਾ ਮੈਟਾਬੋਲਿਜ਼ਮ ਤਾਂ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਹੈਗਾ। ਉਹਨੇ ਇਹ ਆਨਸਰ ਨੂੰ ਐਕਸਪੈਕਟ ਹੀ ਨਹੀਂ ਕੀਤਾ ਸੀਗਾ, ਐਂਡ ਪ੍ਰੋਬੇਬਲੀ ਨॉट the one she wanted। even ਉਹ ਆਨਸਰ ਚਾਹੁੰਦੀ ਵੀ ਨਹੀਂ ਸੀ ਵੀ ਮੈਨੂੰ ਆਹ ਆਨਸਰ ਮਿਲੇ, but she took the news ਫਿਲੋਸਫਿਕਲੀ। ਪਰ ਉਹਨੂੰ ਤਰੀਕੇ ਨਾਲ ਸਾਇੰਟਿਸਟ ਵਗੈਰਾ ਨੇ ਸਾਰੀ ਨਿਊਜ਼ ਸਮਝਾਤੀ ਤੇ ਰਿਐਲਿਟੀ ਉਹਦੇ ਸਾਹਮਣੇ ਲਿਆ ਕੇ ਰੱਖਤੀ। ਚਲੋ ਆਜੋ, ਪ੍ਰੋਪਰ ਪੈਰਾ ਪੜਿਆ, ਮੀਨਿੰਗ ਦੇਖਿਆ, ਚਲੋ ਆਪਾਂ ਦੇਖਦੇ ਹਾਂ। ਲਾਈਫ ਸਟਾਈਲ ਚੇਂਜ ਕੋਈ ਟੌਕ ਨਹੀਂ, नेचर कोई टॉक नहीं, वेरी अनकॉमन कंप्लेंट कोई टॉक नहीं, रॉडेंट नहीं, नो नॉन ट्रीटमेंट नो, न्यू परस्पेक्टिव ऑन द हॉरिजॉन नो, प्रूफ ऑफ द ट्रुथ। देखो बच्चे, उन्होंने ट्रुथ, उन्होंने पहले तो वहम सी ना कि मेरा मेटाबॉलिज्म स्लो काम करता है तां करके ऐसा कर रही सी, पर उन्होंने प्रूफ करता कि तेरा मेटाबॉलिज्म स्लो नहीं हैगा, होर कोई रीजन हो सकता है कि तू मोटी है, इस करके उन्होंने प्रूफ दिता। प्रूफ ऑफ द ट्रुथ इज एक्यूरेट राइट आंसर। हिडन डेंजर भी नहीं, ओबेसिटी एनिमल दी टॉक ही नहीं की। तुसी इनू एक बार फिर देख लो, मैं सारे दिखा देना, एक होर मैच कर ही नहीं सकता एक्यूरेट। जे तुसी पूरे पैरे नू वधिया तरीके नाल पढ़दे हो ना, तुहानू आंसर बड़े अच्छे तरीके नाल लभणे शुरू हो जाणगे। उम्मीद करूंगा कि तुहानू ये रीडिंग है ये इंटरस्टिंग लग रही होगी, ते तुहानू ਜਦੋਂ ਤੁਸੀਂ ਕਲਾਸ 'ਚ ਵੀ ਬੈਠੋ ਨਾ, ਤੁਸੀਂ ਇਸ ਮੈਥਡ ਨਾਲ ਕਰਨੀ ਸ਼ੁਰੂ ਕਰੋ, ਤੁਹਾਡੇ ਸਾਰੇ ਆਨਸਰਸ ਨਾ ਪ੍ਰੋਪਰ ਅੱਛੇ ਤਰੀਕੇ ਨਾਲ ਸਹੀ ਹੋਣੇ ਸ਼ੁਰੂ ਹੋ ਜਾਣਗੇ। ਆਪਾਂ ਸੀ ਤਾਂ ਕੀਤਾ ਨਾ, ਵੈਰੀ ਫਾਈਨ। ਡੀ ਸਟੈਂਡ, ਇਹ ਵੀ ਹੈ, ਬੱਚੇ ਕਈ ਵਾਰ ਡਰ ਜਾਂਦੇ, ਕੋਈ ਪੈਰਾ ਛੋਟਾ ਹੁੰਦਾ ਕੋਈ ਪੈਰਾ ਵੱਡਾ। ਚਲੋ, although the metabolism myth has been completely disapproved। ਬਿਲਕੁਲ, ਹੁਣ ਉਹਨਾਂ ਨੇ ਸੀ ਪੈਰਾਗ੍ਰਾਫ ਦੇ ਵਿੱਚ ਕਹਿਤਾ ਕਿ ਮੈਟਾਬੋਲਿਜ਼ਮ ਦੋਸ਼ੀ ਨਹੀਂ ਹੁੰਦਾ, ਤੇ ਜਿਹੜੀ ਮਿਥ, ਜਿਹੜਾ ਵਹਿਮ ਸੀ ਨਾ, ਇਹ ਕੰਪਲੀਟਲੀ ਡਿਸਪਰੂਵਡ ਹੋ ਗਿਆ, ਮਤਲਬ ਕਿ ਇਹ ਤਾਂ ਖਤਮ ਹੀ ਕਰਤਾ। ਸਾਇੰਸ ਹੈਜ਼ ਫਾਰ ਫਰੋਮ discounted our genes as responsible for making us whatever weight we are, fat or thin। ਸਾਇੰਸ ਨੇ ਇਹ ਕਹਿਤਾ ਕਿ ਕੋਈ ਬੰਦਾ ਮੋਟਾ ਹੈ ਜਾਂ ਕੋਈ ਬੰਦਾ ਪਤਲਾ ਹੈ, ਮੈਟਾਬੋਲਿਜ਼ਮ ਖਤਮ। ਉਹਨਾਂ ਨੇ ਕੀ ਕਿਹਾ, ਜਿਹੜੇ ਜੀਨਸ ਹੁੰਦੇ ਨੇਗੇ ਇਹ ਇਹਦੇ ਕਰਕੇ ਹੁੰਦਾ। ਨਵੀਂ ਥਿਉਰੀ ਬਣ ਗਈ ਇੱਕ। ਵਨ ਆਫ ਦਾ ਵਰਲਡਸ ਲੀਡਿੰਗ ਓਬੈਸਿਟੀ ਰਿਸਰਚਰਸ ਜਿਨਿਸਟਿਕ ਪ੍ਰੋਫੈਸਰ ਸਟੀਫਨ ਓ ਰੈਹਲੀ goes so far as to say we are on the threshold of a complete change in the way we view not only morbid obesity but also everyday overweight। morbid obesity ਹੁੰਦੀ ਜਿਹੜੀ ਬਚਪਨ ਤੋਂ ਹੀ ਹੋਵੇ, ਉਹ ਕਹਿੰਦਾ ਵੀ ਅਸੀਂ ਪ੍ਰੋਪਰ ਇਹੋ ਜਿਹੇ ਤਰੀਕੇ ਨਾਲ, ਡਾਕਟਰ ਕਹਿੰਦਾ ਸੀ ਇਹਦੇ ਰਿਸਰਚ ਕਰ ਰਹੇ ਹਾਂਗੇ ਕਿ ਇਹ ਜਿਹੜੀ ਜੈਨੇਟਿਕ ਹੁੰਦੀ ਹੈ,
ਮਾਂ ਪਿਓ ਤੋਂ ਅੱਗੇ ਬੱਚਿਆਂ ਤੱਕ, ਉਸ ਬੱਚਿਆਂ ਤੋਂ ਅੱਗੇ ਤੱਕ, ਮਤਲਬ ਕਿ ਇਹ ਮੋਟਾਪਾ ਹੈ ਨਾ ਜਿਹੜਾ, ਜੇ ਕੋਈ ਮਾਂ ਪਿਓ ਪਤਲੇ ਨੇ ਉਹਨਾਂ ਦੇ ਬੱਚੇ ਵੀ ਸ਼ਾਇਦ ਪਤਲੇ ਹੋਣ, ਜੇ ਮਾਂ ਪਿਓ ਬਹੁਤ ਮੋਟੇ ਨੇ ਤਾਂ ਉਹਨਾਂ ਦੇ ਕਈ ਵਾਰ ਬੱਚੇ ਵੀ ਬਹੁਤ ਮੋਟੇ ਹੁੰਦੇ ਆ, ਇਹ ਜੈਨੇਟਿਕ ਹੁੰਦਾ ਹੈ। ਪ੍ਰੋਫੈਸਰ ਓ'ਰੈਲੀ's groundbreaking work in Cambridge has proven that obesity can be caused by our genes। ਉਹ ਕਹਿੰਦਾ ਵੀ ਜੀਨਸ ਤੋਂ ਹੁੰਦੀ ਹੈ, ਨਵੀਂ ਥਿਉਰੀ ਲਿਆਇਆ ਉਹ ਆਪਣੀ, ਪਹਿਲਾਂ ਉਹੀ ਲੋਕਾਂ ਨੂੰ ਵਹਿਮ ਸੀਗਾ ਮੈਟਾਬੋਲਿਜ਼ਮ ਤੋਂ ਹੁੰਦੀ ਹੈ। These people are not weak-willed, slothful or lazy, says ਪ੍ਰੋਫੈਸਰ ਓ'ਰੈਲੀ। ਉਹ ਕਹਿੰਦਾ ਵੀ ਕਈ ਵਾਰ ਨਾ ਇਹ ਹੁੰਦਾ ਕਿ ਆਪਾਂ ਦੇਖਦੇ ਯਾਰ ਮੋਟਾ ਬੰਦਾ ਸੁਸਤ ਹੋਊਗਾ, ਉਹ ਕਹਿੰਦਾ ਐਵੇਂ ਦਾ ਕੋਈ ਰੀਜ਼ਨ ਨਹੀਂ ਕਿ ਮੋਟਾ ਬੰਦਾ ਹੀ ਇਕੱਲਾ ਸੁਸਤ ਹੋ ਸਕਦਾ। No, they have a medical condition due to a genetic defect and that causes them to be obese। ਕਈ ਵਾਰ ਕੀ ਹੁੰਦਾ ਹੈਗਾ, ਜੈਨੇਟਿਕ ਡਿਫੈਕਟ ਹੋ ਜਾਂਦੇ ਨੇ, ਇਸ ਕਰਕੇ ਬੱਚੇ ਜਾਂ ਕੋਈ ਵੀ ਹੈ ਉਹ ਮੋਟਾ ਹੋ ਜਾਂਦਾ ਹੈਗਾ, ਹੋਰ ਕੁਝ ਨਹੀਂ। ਉੱਪਰ ਹੁਣ ਤੱਕ ਜਿੰਨੀ ਵੀ ਮਿਥ ਚੱਲ ਰਹੀ ਸੀਗੀ ਉਹ ਚੱਲ ਰਹੀ ਸੀਗੀ ਮੈਟਾਬੋਲਿਜ਼ਮ ਦੀ। ਇਹਨਾਂ ਨੇ ਆ ਕੇ ਮੈਟਾਬੋਲਿਜ਼ਮ ਤਾਂ ਕਹਿੰਦੇ ਕੋਈ ਗੱਲ ਹੀ ਨਹੀਂ ਹੈਗੀ, ਬੰਦਾ ਮੋਟਾ ਪਤਲਾ ਤਾਂ ਆਪਣੇ ਜੈਨੇਟਿਕ ਕਰਕੇ ਹੁੰਦਾ, ਆਪਣੇ ਮਾਪਿਓ ਤੋਂ ਜੈਨੇਟਿਕ ਹੁੰਦਾ, ਪੀੜ੍ਹੀ ਦਰ ਪੀੜ੍ਹੀ ਜਿਹੜੇ ਅੱਗੇ ਜੀਨਸ ਆਉਂਦੇ ਨੇ। ਕਈ ਵਾਰ ਫੋਰ ਐਗਜ਼ਾਮਪਲ ਇਹ ਹੁੰਦਾ ਨਾ, ਕੋਈ ਕੰਮ ਫਾਦਰ ਕਰਦੇ ਤਾਂ ਡੈਫੀਨਿਟਲੀ ਉਹਦਾ ਕੰਮ ਸੇਮ ਉਹ ਮੁੰਡਾ ਵੀ ਉਵੇਂ ਕਰਦਾ ਹੈ, ਫਿਰ ਆਪਾਂ ਕਹਿੰਦੇ ਵੀ ਇਹਦੇ ਜੀਨਸ ਨੇਗੇ, ਮਤਲਬ ਕਿ ਫਾਦਰ ਦੇ ਜੀਨਸ ਉਹਦੇ ਚ ਆ ਗਏ। ਨਵੀਂ ਥਿਉਰੀ, ਲਾਈਫ ਸਟਾਈਲ ਰਿਕੁਆਇਰਡ, ਨੋ। ਸ਼ਿਫਟਿੰਗ ਲੈ ਹੋ ਗਿਆ, ਨੇਚਰ ਨੋ, ਅਨਕਾਮਨ ਕੰਪਲੀਟ ਨੋ, ਰੋਡੈਂਟ ਨੋ, ਨॉन ਟ੍ਰੀਟਮੈਂਟ ਨੋ, ਨਿਊ ਪ੍ਰਸਪੈਕਟਿਵ ਔਨ ਦਾ ਹੌਰੀਜ਼ਨ, ਇੱਕ ਨਵਾਂ ਪ੍ਰਸਪੈਕਟਿਵ, ਇੱਕ ਨਵੀਂ ਕਾਢ, ਇੱਕ ਨਵਾਂ ਤਰੀਕਾ ਦੇਖਿਆ ਗਿਆ, ਤਾਂ ਡੈਫੀਨਿਟਲੀ ਆਨਸਰ ਆਪਣਾ 4 ਆ ਗਿਆ। ਦੇਖੋ ਹਿਡਨ ਡੇਂਜਰ ਵੀ ਨਹੀਂ, ਓਬੈਸਿਟੀ ਐਨੀਮਲ ਨਹੀਂ, ਤੁਸੀਂ ਹੋਰ ਕਿਸੇ ਨਾਲ ਮੈਚ ਵੀ ਕਰਕੇ ਦੇਖ ਲਓ ਬੱਚੇ, ਪਾਉਜ਼ ਕਰਕੇ ਵੀਡੀਓ ਦੇਖ ਲਓ, ਤੁਹਾਨੂੰ ਹੋਰ ਕੋਈ ਵੀ ਆਨਸਰ ਨਹੀਂ ਲੱਗ ਸਕਦਾ ਸਿਵਾਏ ਆਨਸਰ ਨੰਬਰ 4 ਦੇ। ਨਿਊ ਪਰਸਪੈਕਟਿਵ ਕਿਉਂ ਕੀਤਾ? ਕਿਉਂਕਿ ਉੱਪਰ ਸੀ ਪੈਰਾਗ੍ਰਾਫ ਦਾ ਹਾਲ ਤੱਕ ਮੈਟਾਬੋਲਿਜ਼ਮ ਚੱਲ ਰਿਹਾ ਸੀ, ਇਹ ਨਵੇਂ ਪਰਸਪੈਕਟਿਵ ਚ ਆ ਕੇ ਕੀ ਕੀਤਾ ਬੱਚੇ, ਉਹਨਾਂ ਨੇ ਮੈਟਾਬੋਲਿਜ਼ਮ ਨੂੰ ਖਤਮ ਹੀ ਕਰਤਾ, ਤੇ ਉਹ ਤਾਂ ਕਹਿੰਦੇ ਜੈਨੇਟਿਕ ਹੁੰਦਾ ਹੈ, ਇਸ ਕਰਕੇ ਇਹ ਨਿਊ ਪਰਸਪੈਕਟਿਵ ਔਨ ਦਾ ਹੌਰੀਜ਼ਨ ਇਜ਼ ਰਾਈਟ ਆਨਸਰ। ਲਾਸਟ 3 ਪੈਰਾਗ੍ਰਾਫ ਰਹਿ ਗਏ। ਉਮੀਦ ਕਰਦਾ ਬੋਰ ਨਹੀਂ ਹੋ ਰਹੇ ਹੋਗੇ ਤੇ ਵਧੀਆ ਤਰੀਕੇ ਨਾਲ ਸਿੱਖ ਰਹੇ ਹੋਗੇ, ਤੇ ਲਾਈਫ ਦੇ ਵਿੱਚ ਤੇ ਐਗਜ਼ਾਮ ਦੇ ਵਿੱਚ ਇਹ ਬੜਾ ਹੈਲਪਫੁਲ ਹੋਏਗਾ। ਬਹੁਤ ਵੱਡੇ ਪੈਰਾਗ੍ਰਾਫ ਨੂੰ ਦੇਖ ਕੇ ਡਰਿਆ ਨਾ ਕਰੋ, ਕੋਈ ਦਿੱਕਤ ਨਹੀਂ, ਮਿਲਦਾ ਇਹਦਾ ਵੀ 1 ਹੈ, ਤੇ ਜਿਹੜੇ ਬਹੁਤ ਛੋਟੇ ਛੋਟੇ ਹੁੰਦੇ ਮਿਲਦਾ ਉਹਦਾ ਵੀ 1 ਨੰਬਰ ਹੈ ਨਾ। ਤਾਂ ਬੱਚੇ ਕਈ ਵਾਰ ਕੀ ਹੈ ਡਰ ਜਾਂਦੇ ਆ ਕਿ ਇੰਨਾ ਵੱਡਾ ਪੈਰਾ ਕਿਉਂ ਪੜ੍ਹੀਏ, ਪਰ ਚਲੋ ਵੀ ਆਰ ਗੋਇੰਗ ਟੂ ਸਟਾਰਟ। ਹਾਂ, ਇਨ ਆਸਟ੍ਰੇਲੀਆ ਦਾ ਯੂਨੀਵਰਸਿਟੀ ਆਫ ਸਿਡਨੀਜ਼ ਪ੍ਰੋਫੈਸਰ ਆਇਨ ਕੈਟਰਸਨ ਸੀਜ਼, ਕੋਈ ਪ੍ਰੋਫੈਸਰ ਹੈ, ਉਹ ਕੀ ਕਹਿੰਦਾ ਹੈਗਾ, ਵਾਈਲ ਮੇਜਰ ਜੈਨੇਟਿਕ ਡਿਫੈਕਟਸ ਮੇ ਬੀ ਰੇਅਰ, ਉਹ ਕਹਿੰਦਾ ਵੀ ਜਿਹੜੇ ਜੈਨੇਟਿਕ ਹੁੰਦੇ ਨੇ ਨਾ ਡਿਫੈਕਟ ਉਹ ਰੇਅਰ ਹੁੰਦੇ ਨੇ, ਮੈਨੀ ਪੀਪਲ ਪ੍ਰੋਬੇਬਲੀ ਹੈਵ ਮਾਈਨਰ ਜੈਨੇਟਿਕ ਵੇਰੀਏਸ਼ਨਸ ਦੈਟ ਕੰਬਾਈਨ ਟੂ ਡਿਕਟੇਟ weight and are responsible for things such as how much we eat। ਉਹ ਕਹਿੰਦਾ ਵੀ ਯਾਰ ਜੈਨੇਟਿਕ ਵੀ ਕਿਤੇ ਹੱਦ ਤੱਕ ਠੀਕ ਹੈ, ਪਰ ਉਹ ਕਹਿੰਦਾ ਮੈਂ ਇਹ ਮੰਨਦਾ ਵੀ ਮੋਟਾ ਪਤਲਾ ਹੋਣਾ ਕਿਸ ਚੀਜ਼ ਨੂੰ ਰਿਸਪੌਂਸਿਬਲ ਕਰਦੇ ਆ, how much we eat, ਅਸੀਂ ਕਿੰਨਾ ਖਾਂਦੇ ਆ, the amount of exercise we do, ਅਸੀਂ ਕਿੰਨੀ ਐਕਸਰਸਾਈਜ਼ ਕਰਦੇ ਆ, and the amount of energy we need, ਤੇ ਸਾਨੂੰ ਬਾਡੀ ਨੂੰ ਕਿੰਨੀ એનર્ਜੀ ਚਾਹੀਦੀ ਹੈ। ਇਹ ਨਾ ਹੋਵੇ ਨਾ ਕਿ ਬਾਡੀ ਨੂੰ ਘੱਟ એનર્ਜੀ ਚਾਹੀਦੀ ਹੋਵੇ ਤਾਂ ਆਪਾਂ ਡਬਲ ਟ੍ਰਿਪਲ એનર્ਜੀ ਦਿੰਦੇ ਰਹੀਏ। When you add up all these little variations, the result is that some people are genetically predisposed or putting on weight। ਇਹ ਕਹਿੰਦਾ ਵੀ ਕਈ ਵਾਰ ਕੀ ਹੁੰਦਾ, ਕਈ ਲੋਕਾਂ ਦਾ weight ਘਟਦਾ ਵੀ ਹੈ, ਕਈਆਂ ਦਾ ਵੱਧਦਾ ਵੀ ਹੈ, ਕੋਈ ਵਾਰੀ ਨਹੀਂ। He says while the fast slow metabolism debate may have been settled, that does not mean some other subtle change in metabolism gene will not be found in overweight people। ਇਹ ਨਹੀਂ ਹੈਗਾ ਕਿ ਮੈਟਾਬੋਲਿਜ਼ਮ ਜੀਨ ਨੇ ਜਿਹੜੇ ਉਹ ਮੋਟੇ ਲੋਕਾਂ 'ਚ ਮਿਲਣਗੇ ਨਹੀਂ ਜਾਂ ਪਤਲਿਆਂ 'ਚ ਜ਼ਿਆਦਾ ਮਿਲਣਗੇ, ਇਹ ਕਿਸੇ ਵੀ ਤਰ੍ਹਾਂ ਦੀ ਟਾਕ ਨਹੀਂ ਹੈਗੀ। ਕਈ ਵਾਰ ਨਾ ਫਾਲਤੂ ਦੀ ਜਾਣਕਾਰੀ ਵੀ ਬਹੁਤ ਜ਼ਿਆਦਾ ਦਿੱਤੀ ਜਾਂਦੀ ਹੈ ਤਾਂ ਕਿ ਇੱਕ ਪੈਰੇ ਨੂੰ ਲੈਂਥੀ ਬਣਾਇਆ ਜਾਵੇ। ਆਪਾਂ ਉੱਪਰ ਮੇਨ ਚੀਜ਼ਾਂ ਰੀਡ ਕੀਤੀਆਂ ਨੇ, ਹੁਣ ਆਪਾਂ ਹੋਰ ਦੇਖਦੇ ਹਾਂ ਲਾਸਟ ਤੋਂ। He is confident that science will eventually be able to cure some forms of obesity, but the only effective way for the vast majority of overweight and obese people to lose weight is a change of diet। ਕਹਿੰਦਾ ਜੋ ਮਰਜ਼ੀ ਕਰ ਲਓ, ਦਵਾਈਆਂ ਖਾ ਲਓ, ਜੋ ਮਰਜ਼ੀ ਕਰ ਦੋ, ਪਰ ਜੇ ਕਿਸੇ ਨੇ ਆਪਣੇ ਓਵਰਵੇਟ ਨੂੰ ਘਟਾਉਣਾ ਹੈ ਜਾਂ ਸਹੀ ਰੱਖਣਾ ਹੈ, ਉਹਦੇ ਲਈ ਕੀ ਚਾਹੀਦਾ ਹੈ, ਚੇਂਜ ਦ ਆਫ ਡਾਈਟ, ਉਹਨੂੰ ਡਾਈਟ ਚੇਂਜ ਕਰਨੀ ਪਊਗੀ, ਐਂਡ ਐਨ ਇਨਕਰੀਜ਼ ਇਨ ਐਕਸਰਸਾਈਜ਼, ਤੇ ਉਹਨੂੰ ਆਪਣੀ ਐਕਸਰਸਾਈਜ਼ ਜਿਹੜੀ ਉਹ ਵਧਾਉਣੀ ਪਊਗੀ। ਡੈਫੀਨੇਟਲੀ ਸਾਰਾ ਪੈਰਾ ਇੱਕ ਕਹਿੰਦਾ, ਉਹ ਕਹਿੰਦਾ ਵੀ ਜੈਨੇਟਿਕ ਠੀਕ ਹੈ ਹੁੰਦੇ ਨੇ ਕੋਈ ਗੱਲ ਨਹੀਂ, ਪਰ ਖਾਣਾ ਪੀਣਾ, ਐਕਸਰਸਾਈਜ਼ ਤੇ એનર્ਜੀ ਇਹ ਕਿੰਨੀ ਬੰਦਾ ਲੈ ਰਿਹਾ, ਇਹ ਵੀ ਡਿਪੈਂਡ ਕਰਦਾ ਮੋਟੇ ਪਤਲੇ ਹੋਣ ਤੇ। ਤੇ ਜੇ ਕਿਸੇ ਮੋਟੇ ਬੰਦੇ ਨੇ ਪਤਲਾ ਹੋਣਾ ਹੈਗਾ ਤਾਂ ਡੈਫੀਨੇਟਲੀ ਉਹਨੂੰ ਆਪਣਾ ਚੇਂਜ ਕਰਨਾ ਪਊਗਾ ਡਾਈਟ, ਤੇ ਉਸ ਤੋਂ ਬਾਅਦ ਉਹਨੂੰ ਇਨਕਰੀਜ਼ ਕਰਨੀ ਪਊਗੀ ਆਪਣੀ ਐਕਸਰਸਾਈਜ਼। ਚਲੋ ਪੈਰਾਗ੍ਰਾਫ E ਦੇਖੋ,
ਐਨੀਮਲ ਦੀ ਟਾਕ ਨਹੀਂ, ਹਿਡਨ ਡੇਂਜਰ ਕੋਈ ਨਹੀਂ ਕੀਤਾ, ਨੋ ਨॉन ਟ੍ਰੀਟਮੈਂਟ ਕੋਈ ਨਹੀਂ, ਰॉड ਐਂਡ ਚੂਹਿਆਂ ਦੀ ਕੋਈ ਗੱਲ ਨਹੀਂ ਕਰੀ ਹੈਗੀ, ਅਨਕਾਮਨ ਕੰਪਲੀਟ ਕੋਈ ਨਹੀਂ, ਨੇਚਰ ਕੋਈ ਨਹੀਂ, ਲਾਈਫਸਟਾਈਲ ਚੇਂਜ ਰਿਕੁਆਇਰਡ ਡਿਸਪਾਈਟ ਨਿਊ ਫਾਈਂਡਿੰਗਸ। ਐਕੂਰੇਟ ਆਂਸਰ 11 ਹੈ ਕਿ ਉਹਨਾਂ ਨੂੰ ਲਾਈਫ ਸਟਾਈਲ ਚੇਂਜ ਕਰਨੀ ਪਊਗੀ, ਨਾ ਕਿ ਹੋਰ ਨਵੀਆਂ ਚੀਜ਼ਾਂ ਲੱਭਣ ਲੱਗ ਜਾਣ। ਲਾਈਫ ਸਟਾਈਲ ਚੇਂਜ ਕਰਨ ਦਾ ਆਪਾਂ ਨੂੰ ਦਿੱਤਾ ਸੀ ਨਾ, ਡਾਈਟ ਪਲਾਨ ਪ੍ਰੋਪਰ ਕਰੋ, ਐਕਸਰਸਾਈਜ਼ ਪ੍ਰੋਪਰ ਕਰੋ, ਜੇ ਲਾਈਫ ਸਟਾਈਲ ਚੇਂਜ ਹੋਊਗਾ ਤਾਂ ਤੁਸੀਂ ਜਾ ਕੇ ਬੜੇ ਪਤਲੇ ਹੋ ਜਾਓਗੇ। ਦੈਟਸ ਆਲ। ਮੈਂ ਉਮੀਦ ਕਰਦਾ ਤੁਹਾਨੂੰ ਹੋਰ ਕੋਈ ਵੀ ਆਂਸਰ ਨਹੀਂ ਲੱਗੂ, ਕਿਉਂਕਿ ਹੋਰ ਕੋਈ ਆਂਸਰ ਹੈ ਵੀ ਨਹੀਂ। ਐਕੂਰੇਟ ਆਂਸਰ ਲੱਭਣ ਦੇ ਲਈ ਐਲੀਮੀਨੇਸ਼ਨ ਮੈਥਡ ਨੂੰ ਕਰਨਾ ਸ਼ੁਰੂ ਕਰੋ ਕਿ ਇਹ ਨਹੀਂ ਹੈਗਾ, ਇਹ ਵੀ ਨਹੀਂ ਹੈਗਾ, ਇਹ ਵੀ ਨਹੀਂ ਹੈਗਾ, ਤਾਂ ਡੈਫੀਨੇਟਲੀ ਬੱਚੇ ਜਿਹੜਾ ਹੋਏਗਾ ਉਹ ਮਾਈਂਡ ਦੇ ਵਿੱਚ ਹਿੱਟ ਕਰਨਾ ਸ਼ੁਰੂ ਕਰ ਦੇਗਾ। ਚਲੋ F, despite the $500 million Australian spend trying to lose weight and the $830 million it costs the community in healthcare, obesity is at epidemic proportion here, as it is all Western nation. Until recently, research and treatment for obesity had concentrated on behavior modification drug to decrease appetite and surgery. ਲੋਕ 500 ਮਿਲੀਅਨ ਈਅਰ, ਇੱਕ ਸਾਲ ਦੇ ਵਿੱਚ 500 ਮਿਲੀਅਨ ਲੋਕ ਨੇ ਉਹ ਆਪਣਾ weight ਘਟਾਉਣ ਨੂੰ ਲੱਗੇ ਪਏ ਨੇ, ਤੇ ਇਹਦੀ ਜਿਹੜੀ ਕਾਸਟ ਹੈ ਨਾ ਲਗਭਗ ਉਹ $830 ਮਿਲੀਅਨ ਇਹਦੀ ਕਾਸਟ ਆ ਰਹੀ ਹੈ, ਕਿ ਉਹਨਾਂ ਨੂੰ ਬਹੁਤ ਟੈਨਸ਼ਨ ਹੈ ਕਿ ਉਹ ਆਪਣੇ weight ਨੂੰ ਕਿਵੇਂ ਘਟਾਉਣ। ਇਹਦੇ ਚੱਕਰ ਦੇ ਵਿੱਚ ਉਹ ਕੀ ਕਰ ਰਹੇ ਨੇਗੇ, ਡਰੱਗਸ ਲੈ ਰਹੇ ਨੇ ਟੂ ਡਿਕਰੀਜ਼ ਐਪੇਟਾਈਟ ਐਂਡ ਸਰਜਰੀ। ਉਹ ਚਾਹੁੰਦੇ ਨੇ ਕਿ ਉਹਨਾਂ ਦੀ ਭੁੱਖ ਹੈ ਜਿਹੜੀ ਉਹ ਘਟ ਜੇ। ਡਰੱਗਸ ਦਾ ਮਤਲਬ ਇਹ ਨਸ਼ਾ ਨਹੀਂ, ਡਰੱਗਸ ਦਾ ਮਤਲਬ ਇੱਥੇ ਦਵਾਈ। ਉਹ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾ ਰਹੇ ਨੇ, ਪ੍ਰੋਡਕਟਸ ਖਾ ਰਹੇ ਨੇਗੇ ਕਿ ਕਿਵੇਂ ਨਾ ਕਿਵੇਂ ਉਹਨਾਂ ਦੀ ਐਪੇਟਾਈਟ ਹੈ ਜਿਹੜੀ ਉਹ ਘਟੇ, ਅਤੇ ਉਹ ਸਰਜਰੀ ਵੀ ਕਰਾ ਰਹੇ ਨੇ ਬੜੇ ਲੋਕ ਪਤਲੇ ਹੋਣ ਦੇ ਲਈ। ਹਾਊ ਦ ਡਰੱਗਸ ਵਰਕਡ ਵਾਜ਼ ਓਫਨ not understood and many caused severe side effect, मतलब कि बड़े भयानक ਇਹਦੇ ਸਾਈਡ ਇਫੈਕਟ ਰਹੇ ਨੇ ਇਹ ਦਵਾਈਆਂ ਖਾਂਦੇ। ਦੇਖਿਆ ਨਾ ਆਪਣੇ ਕਈ ਬਾਜ਼ਾਰ ਚੋਂ ਐਵੇਂ ਦੀਆਂ ਮੈਡੀਸਿਨਸ ਵੀ ਮਿਲ ਜਾਣ ਕਿ ਮੋਟੇ ਦਾ ਪਤਲੇ ਹੋਣ ਲਈ ਦਵਾਈ ਖਾ ਲਓ, ਤਾਂ ਉਹਨਾਂ ਦੇ ਬੜੇ ਸਾਈਡ ਇਫੈਕਟਸ ਵੀ ਹੁੰਦੇ ਆ। ਐਂਡ ਈਵਨ ਡੈਥ ਇਨ ਸਮ ਪੇਸ਼ੈਂਟਸ, ਤੇ ਕਈ ਪੇਸ਼ੈਂਟ ਦੀ ਤਾਂ ਡੈਥ ਵੀ ਹੋਈ ਹੈ। ਸਰਜਰੀ ਫॉर ਓਬੈਸਿਟੀ ਹੈਜ਼ ਆਲਸੋ ਕਲੇਮਡ ਮੈਨੀ ਲਾਈਵਸ, ਸਰਜਰੀ ਨੇ ਵੀ, ਮੋਟਾਪੇ ਦੀ ਸਰਜਰੀ ਜਿਹੜੀ ਘਟਾਉਣ ਦੇ ਲਈ ਕਈ ਲੋਕਾਂ ਦੀ ਜਾਨ ਇਹਨੇ ਵੀ ਲੈ ਲਈ। ਆਸਟ੍ਰੇਲੀਅਨ ਟੈਨਸ਼ਨ 'ਚ ਨੇ 500 ਮਿਲੀਅਨ ਲੋਕ ਹਰ ਸਾਲ, 830 ਮਿਲੀਅਨ ਉਹ ਖਰਚਾ ਕਰ ਰਹੇ ਨੇ ਆਪਣੀ ਬਾਡੀ ਨੂੰ ਆਪਣੇ ਹੈਲਦੀ ਬਣਾਉਣ ਦੇ ਲਈ, ਵੀ ਇਹਨੂੰ ਪਤਲਾ ਕਰ ਲਈਏ, ਕਿਵੇਂ ਥਿਨ ਹੋ ਜਾਈਏ। ਕੀ ਕਰ ਰਹੇ ਨੇ ਇਹਦੇ ਲਈ, ਦਵਾਈਆਂ ਲੈ ਰਹੇ ਨੇ, ਭੁੱਖ ਘਟ ਜੇ, ਸਰਜਰੀਜ਼ ਕਰਾ ਰਹੇ ਨੇ। ਤਾਂ ਇਹਨਾਂ ਦੇ ਬਹੁਤ ਮਾੜੇ ਪ੍ਰਭਾਵ ਨੇ ਡਰੱਗਸ ਦੇ ਜਿਹੜੇ ਨੇ ਨਾ, ਅਰਗ ਮੈਨੀ ਕਾਜ਼ਸ ਸੀਵਰ ਸਾਈਡ ਇਫੈਕਟ ਨੇ ਇਹਦੇ, ਈਵਨ ਡੈਥ ਵੀ ਹੋ ਜਾਂਦੀ ਹੈਗੀ। ਦੇਖਿਓ ਇੱਥੇ ਆਨਸਰ ਤਾਂ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਹਿੱਟ ਕਰੇ ਗਿਆ। ਨੇਚਰ ਨੋ, ਅਨਕਾਮਨ ਕੰਪਲੀਟ ਨਹੀਂ, ਕੋਈ ਰੋਡੈਂਟ ਦੀ ਨਹੀਂ। ਐਕੂਰੇਟ ਰਾਈਟ ਆਂਸਰ ਦੇਖੋ ਬੱਚੇ, ਦੈਟ ਇਜ਼ ਕਾਲਡ ਆ ਹਿਡਨ ਡੇਂਜਰ। ਮੈਨੂੰ ਲੱਗਦਾ ਤੁਸੀਂ ਸ਼ੋਰ ਹੋ ਗਏ ਹੋਵੋਗੇ, ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਯਾਰ ਹਿਡਨ ਡੇਂਜਰ ਲੁਕੇ ਹੋਏ ਸੀਗੇ। ਡਰੱਗਸ ਡੇਂਜਰ ਕਿ ਕਿਸੇ ਦੀ ਮੌਤ ਵੀ ਹੋਈ ਹੈ ਸਰਜਰੀ ਕਰਾਉਣ ਦੇ ਨਾਲ, ਜਾਂ ਈਵਨ ਕਿ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਗਵਾਤੀ ਹੈ ਨਾ ਦਵਾਈਆਂ ਖਾ ਖਾ ਕੇ ਵੀ ਪਤਲੇ ਹੋ ਜਾਈਏ, ਤਾਂ ਇਹ ਬਿਲਕੁਲ ਗਲਤ ਹੈ। ਇਹ ਹਿਡਨ ਡੇਂਜਰ ਇਹਦੇ ਬਹੁਤ ਨੇਗੇ, ਤੇ ਹੋਰ ਨਾ ਐਨੀਮਲ ਨਾਲ ਮੈਚ ਕੀਤਾ, ਨॉन ਟ੍ਰੀਟਮੈਂਟ ਕੋਈ ਨਹੀਂ ਕੀਤਾ, ਨੋ ਨॉन ਟ੍ਰੀਟਮੈਂਟ ਹੈ ਨਾ, ਤੇ ਕੋਈ ਰੋਡੈਂਟ ਕੋਈ ਚੂਹਿਆਂ ਦੀ ਗੱਲ ਨਹੀਂ ਹੈਗੀ, ਕੋਈ ਅਨਕਾਮਨ ਕੰਪਲੀਟ ਨਹੀਂ ਕੀਤਾ। ਐਕੂਰੇਟ ਬੱਚੇ ਰਾਈਟ ਆਂਸਰ ਆਪਣਾ ਹਿਡਨ ਡੇਂਜਰ ਹੀ ਹੈ। ਤੇ ਡੇਂਜਰ ਆਪਾਂ ਨੂੰ ਦੱਸਦੇ ਕਿ ਐਵੇਂ ਦੀਆਂ ਦਵਾਈਆਂ ਖਾਣ ਨਾਲ ਬੰਦੇ ਦੀ ਮੌਤ ਤੱਕ ਹੋ ਸਕਦੀ ਹੈਗੀ। ਲਾਸਟ ਸੈਂਜਾ ਰਹਿ ਗਿਆ, ਤੇ ਉਮੀਦ ਕਰੂੰਗਾ ਕਿ ਤੁਸੀਂ ਸਾਰੇ ਵੀਡੀਓ ਨੂੰ ਬਹੁਤ ਪਿਆਰ ਕਰੋਗੇ। ਤੇ ਜੇਕਰ ਕੋਈ ਵੀ ਵੀਡੀਓ ਚਾਹੀਦੀ ਹੋਏਗੀ ਕਿਸੇ ਵੀ ਟੌਪਿਕ ਦੇ ਆਇਲਸ ਨੂੰ ਲੈ ਕੇ, ਡੈਫੀਨੇਟਲੀ ਵਿਦਆਊਟ ਹੈਜ਼ਿਟੇਸ਼ਨ ਜਦੋਂ ਮਰਜ਼ੀ ਟੈਕਸਟ ਕਰ ਸਕਦੇ ਹੋ। ਤੁਹਾਡੀ ਹੈਲਪ ਦੇ ਲਈ ਰਮਨ ਸ਼ਰਮਾ ਆਲਵੇਜ਼ ਰੈਡੀ। ਤੁਸੀਂ ਇੰਨਾ ਪਿਆਰ ਕਰਦੇ ਹੋ ਤਾਂ ਮੇਰਾ ਵੀ ਰਾਈਟ ਬਣਦਾ ਤੁਹਾਨੂੰ ਪ੍ਰੋਪਰ ਗਾਈਡ ਕਰਨ ਦਾ। ਲਾਸਟ ਪੈਰਾ ਬੱਚੇ, ਇਟ ਹੈਜ਼ ਲੌਂਗ ਬੀਨ ਨੋਨ ਦੈਟ ਅ ਪਾਰਟ ਆਫ ਦ ਬ੍ਰੇਨ ਕਾਲਡ ਦ ਹਾਈਪੋਥੈਲਮਸ। ਇਹੋ ਜਿਹੇ ਵਰਡ ਨਾ ਕਈ ਵਾਰ ਪੜ੍ਹਨ ਦੀ ਲੋੜ ਨਹੀਂ ਹੁੰਦੀ, ਆਪਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਇਹਦਾ, ਮਤਲਬ ਕਿ ਆਪਣੇ ਲਿਸਟ ਆਫ ਹੈਡਿੰਗ ਨੂੰ ਲੱਭਣ ਦਾ, ਕਿਉਂਕਿ ਐਵੇਂ ਦੀਆਂ ਬਿਮਾਰੀਆਂ ਅੱਧੇ ਬੱਚੇ ਦਾ ਪ੍ਰੋਨਾਂਸੀਏਸ਼ਨ ਚ ਅੜੇ ਰਹਿਣ, ਕੋਈ ਵਰੀ ਨਹੀਂ ਪਤਾ ਚੱਲ ਪੋਗੇ। ਇਜ਼ ਰਿਸਪੌਂਸਿਬਲ ਫॉर ਰੈਗੂਲੇਟਿੰਗ ਹੰਗਰ। ਉਹ ਕਹਿੰਦੇ ਵੀ ਬ੍ਰੇਨ ਦੇ ਵਿੱਚ ਇੱਕ ਪਾਰਟ ਹੈ, ਉਹਦਾ ਨਾਮ ਹੈ ਹਾਈਪੋਥੈਲਮਸ ਹੈਗਾ। ਇਹ ਰਿਸਪੌਂਸਿਬਲ ਹੈ ਬੰਦੇ ਨੂੰ ਹੰਗਰ ਕਰਨ ਦੇ, ਭੁੱਖ ਇਹੀ ਪਾਰਟ ਲਾਉਂਦਾ ਹੈ among other things. But it was not until 1994 that Professor Jeffrey Friedman from Rockefeller University in the US sent science in a new direction by studying an obese
ਮਾਊਸ ਮਾਊਸ ਉੱਥੇ ਰੋਡੈਂਟ ਕਿਤੇ ਨਾ ਕਿਤੇ ਹਿੱਟ ਕਰਿਆ, ਕਿਉਂਕਿ ਉਹਦੇ ਚੂਹੇ ਦੀ ਗੱਲ ਹੋ ਗਈ ਤੇ ਉੱਥੇ ਰੋਡੈਂਟ ਸਿਨੋਨਿਮ ਚ ਪਿਆ। ਉਹ ਕਹਿੰਦਾ ਵੀ ਉਹਨਾਂ ਨੇ ਇੱਕ ਚੂਹੇ ਦੇ ਉੱਤੇ ਇੱਕ ਐਕਸਪੈਰੀਮੈਂਟ ਕਰਿਆ। Professor Friedman found that unlike its thin brothers, very good, उन्होंने एक fat ले लिया एक thin ले लिया, the fat mouse did not produce a hithtro, ये भी नहीं किसी ने पता होगा, no worry, unknown hormone called leptin, एक हार्मोन है उसका नाम है leptin है, manufactured by the fat cells, leptin acts as a messenger sending signal to the hypothalamus, यही ਜਿਹੜੀ ਉਹ ਚੀਜ਼ ਹੈ ਮਾਈਂਡ ਨੂੰ ਦੱਸਦੀ ਹੈ ਕਿ ਤੁਹਾਨੂੰ ਭੁੱਖ ਲੱਗੀ ਹੈ ਕਿ ਨਹੀਂ ਲੱਗੀ। ਇਹਨੂੰ ਮੈਂ ਜ਼ੂਮ ਕਰਦਾ ਨਾ, ਹਾਈਪੋਥੈਲਮਸ ਹੈਗਾ ਕਿ ਇਹ ਕੀ ਹੈ, ਮਾਈਂਡ ਨੂੰ ਇਹ ਦੱਸਦਾ ਹੈ, ਇਹ ਜਿਹੜਾ ਇੱਕ ਸਿੰਪਟਮ ਹੈਗਾ ਉਹ ਲੈਪਟਿਨ ਹੈ, ਲੈਪਟਿਨ, ਕਿ ਤੁਹਾਨੂੰ ਭੁੱਖ ਲੱਗੀ ਹੈ ਕਿ ਨਹੀਂ ਲੱਗੀ। ਟੂ ਟਰਨ ਆਫ ਦਾ ਐਪੀਟਾਈਟ, ਐਪੀਟਾਈਟ ਹੁੰਦੀ ਹੈ ਭੁੱਖ। ਉਹਨਾਂ ਨੇ ਕੀ ਕਰਿਆ, ਚੂਹੇ ਦੇ ਵਿੱਚ ਨਾ ਇੱਕ ਲੈਪਟਿਨ ਜਿਹੜਾ ਸੀਗਾ ਉਹ ਐਡ ਕਰਤਾ ਸਬਸਟੈਂਸ। ਉਸ ਤੋਂ ਬਾਅਦ ਉਹਨਾਂ ਨੇ ਉਹਦੇ ਜਦੋਂ ਉਹ ਅੰਦਰ ਐਡ ਹੋਇਆ ਤਾਂ ਚੂਹੇ ਦੇ ਮਾਈਂਡ ਨੂੰ ਇੱਕ ਮੈਸੇਜ ਗਿਆ ਕਿ ਤੈਨੂੰ ਭੁੱਖ ਨਹੀਂ ਲੱਗਦੀ, ਤੇਰੀ ਐਪੀਟਾਈਟ ਖਤਮ। ਪ੍ਰੀਵੀਅਸਲੀ the fat cells were thought to be responsible simply for storing fat। ਹੁਣ ਜਦੋਂ ਭੁੱਖ ਨਹੀਂ ਹੈਗੀ ਤਾਂ ਜਿਹੜੀ ਫੈਟ ਉਹ ਘਟੂਗੀ ਆਪੇ। ਪ੍ਰੋਫੈਸਰ ਫਰਾਈਡਮੈਨ gave the fat mouse leptin, ਉਹਨੂੰ ਲੈਪਟਿਨ ਦਿੱਤਾ ਸੀਗਾ, ਇਹ ਇੱਕ ਦਵਾਈ ਲਾ ਲਓ ਜਾਂ ਕੋਈ ਸਬਸਟੈਂਸ ਲਾ ਲਓ, and it lost 30% of its body weight in 2 weeks। ਚੂਹੇ ਦਾ 30% ਭਾਰ ਘਟ ਗਿਆ 2 ਹਫ਼ਤਿਆਂ ਦੇ ਵਿੱਚ। ਤੇ ਮੈਨੂੰ ਹੁਣ ਆਨਸਰ ਦੱਸਣ ਦੀ ਵੀ ਲੋੜ ਨਹੀਂ ਹੈਗੀ, ਤੁਸੀਂ ਇੰਨੇ ਕੁ ਦਾ ਸ਼ੋਰ ਹੋਣੇ ਚਾਹੀਦੇ ਹੋ। rodent research leads the way, rodent ਚੂਹੇ ਉਹ ਤੇ ਰਿਸਰਚ ਕਰੀ, ਮੋਟਾ ਪਤਲਾ ਚੂਹਾ ਲਿਆ, ਉਹਨੂੰ ਇੱਕ ਨੂੰ ਲੈਪਟਿਨ ਦਿੱਤਾ, ਉਹਦੇ ਲੈਪਟਿਨ ਹੈ ਜਿਹੜੇ ਉਹ ਇੱਕ ਬਾਡੀ ਦੇ ਅੰਦਰ ਜਦੋਂ ਐਂਟਰ ਹੁੰਦਾ ਹੈਗਾ ਤਾਂ ਉਹ ਮਾਈਂਡ ਨੂੰ ਸਿਗਨਲ ਦੇ ਦਿੰਦਾ ਹੈਗਾ ਕਿ ਤੈਨੂੰ ਭੁੱਖ ਨਹੀਂ ਲੱਗੀ, ਤਾਂ ਬੰਦੇ ਨੂੰ ਆਟੋਮੈਟਿਕਲੀ ਭੁੱਖ ਨਹੀਂ ਲੱਗਦੀ। ਜਦੋਂ ਉਹਨੇ 2 ਹਫ਼ਤੇ ਤੱਕ ਜ਼ਿਆਦਾ ਕੁਝ ਖਾਦਾ ਨਹੀਂ ਤਾਂ 30% ਉਹਦਾ ਭਾਰ ਵੀ ਘਟ ਗਿਆ। ਤੁਸੀਂ ਇਹ ਦੇਖੋ, obesity in animals ਬਿਲਕੁਲ ਆਪਾਂ ਨੂੰ ਫਾਲਤੂ ਦਾ ਦਿੱਤਾ ਹੋਇਆ, ਇੱਕ ਨੋ ਨੋਨ ਟ੍ਰੀਟਮੈਂਟ ਫਾਲਤੂ ਦਾ, 2 ਅਨਕਾਮਨ ਕੰਪਲੇਂਟ, 3 ਨੇਚਰ, 4 ਆਪਣੇ ਕੋਲੇ ਬੱਚੇ ਆਪਾਂ ਨੂੰ ਫਾਲਤੂ ਦੇ ਦਿੱਤੇ ਹੋਏ ਸੀ, ਤੇ 7 ਆਪਾਂ ਆਨਸਰ ਕਿਹੜੇ ਕਿਹੜੇ ਕੱਢਿਆ ਦੇਖੋ ਧਿਆਨ ਨਾਲ। ਹਿਡਨ ਡੇਂਜਰ ਵੀ ਕੱਢਿਆ ਸੀ, ਪ੍ਰੂਫ ਆਫ ਦਾ ਟਰੁੱਥ ਵੀ ਕੱਢਿਆ ਸੀ, ਨਿਊ ਪਰਸਪੈਕਟਿਵ ਵੀ ਕੱਢਿਆ ਸੀ, ਰੋਡੈਂਟ ਵੀ ਕੱਢ ਲਿਆ ਆਪਾਂ ਨੇ, ਐਕਸਪਰਟ ਨੇ ਐਕਸਪਲੇਨ ਕੀਤੀ ਸੀ એનર્ਜੀ ਉਹ ਵੀ ਕੱਢਿਆ, ਸ਼ਿਫਟਿੰਗ ਦਾ ਬਲੇਮ ਵੀ ਕੱਢਿਆ, ਤੇ ਲਾਈਫ ਸਟਾਈਲ ਚੇਂਜ ਵੀ ਕੱਢਿਆ। ਮੈਂ ਤੁਹਾਨੂੰ 1 ਮਿੰਟ ਦੇ ਵਿੱਚ ਇਹਦਾ ਓਵਰਵਿਊ ਦਿਖਾਵਾਂ। ਜੇ ਮੈਂ ਪੈਰਾਗ੍ਰਾਫ ਏ ਦਾ ਆਨਸਰ ਕੱਢਿਆ ਸੀਗਾ ਤਾਂ ਆਪਾਂ ਇਹਦੇ ਪ੍ਰੋਪਰ ਇਹਨੂੰ ਦੇਖਿਆ ਸੀ ਕਿ ਮੈਟਾਬੋਲਿਜ਼ਮ ਨੂੰ ਬਲੇਮ ਕਰਦੇ ਸੀਗੇ, ਉਹ ਆਨਸਰ ਕੱਢਿਆ ਸੀ, ਉਹਨੇ ਬਲੇਮ ਕੀਤਾ। ਸੈਕਿੰਡ 'ਚ ਡਾਕਟਰ ਨੇ ਇਹ ਥਿਓਰੀ ਨੂੰ ਬਿਲਕੁਲ ਗਲਤ ਕਰਤਾ ਸੀ, ਉਹ ਕਹਿੰਦਾ ਵੀ ਇਹਨਾਂ ਨੂੰ ਤਾਂ ਹੋਰ એનર્ਜੀ ਚਾਹੀਦੀ ਹੈ, ਤਾਂ એનર્ਜੀ ਵਾਲਾ ਆਨਸਰ ਆਇਆ ਸੀਗਾ। ਥਰਡ ਦੇ ਵਿੱਚ ਕੀ ਸੀਗਾ ਬੱਚੇ, 1 ਮਿੰਟ, ਹਾਂ ਉਹਨੇ ਐਕਸਪੈਕਟ ਹੀ ਨਹੀਂ ਕੀਤਾ ਸੀ, ਇਹਨਾਂ ਨੇ ਲੇਡੀ ਨੂੰ ਟਰੁੱਥ ਦੱਸਤਾ ਸੀਗਾ, ਉਹ ਚਾਹੁੰਦੀ ਨਹੀਂ ਸੀ ਵੀ ਯਾਰ ਮੈਨੂੰ ਹੁਣ ਤਾਂ ਇਹ ਸੀ ਨਾ ਮੈਟਾਬੋਲਿਜ਼ਮ ਕਰਕੇ ਹੀ ਮੈਂ ਭਾਰੀ ਹਾਂ, ਉਹਨੂੰ ਵੀ ਪ੍ਰੋਪਰ ਤਰੀਕੇ ਨਾਲ ਸਾਇੰਸ 'ਚੋਂ ਕਲੀਅਰ ਕਰਦਾ ਕਿ ਤੇਰਾ ਮੈਟਾਬੋਲਿਜ਼ਮ ਤਾਂ ਕੰਮ ਹੀ ਬਹੁਤ ਕਰ ਦੇਗਾ, ਫਿਰ ਵੀ ਤੂੰ ਐਵੇਂ ਮੋਟੀ ਆ। ਡੀ ਇਹ 'ਚ ਆਪਾਂ ਨੂੰ ਬੱਚੇ ਦਿੱਤਾ ਸੀਗਾ ਇੱਕ ਨਿਊ ਥਿਓਰੀ ਜਿਹੜੀ ਆਪਾਂ ਦੇਖੀ ਸੀਗੀ ਕਿ ਉਹਨਾਂ ਨੇ ਜੀਨ ਕਹਿਤਾ ਸੀ, ਜੀਨ ਕਰਕੇ ਬੰਦਾ ਮੋਟਾ ਪਤਲਾ ਹੁੰਦਾ ਹੈਗਾ, ਨਾ ਕਿ ਮੈਟਾਬੋਲਿਜ਼ਮ ਕਰਕੇ। ਤੁਸੀਂ ਇਹ ਦੇਖੋ ਕਿ ਪੈਰਾਗ੍ਰਾਫ ਆਪਾਂ ਪੂਰੇ ਕਿੰਨੇ ਕਿੰਨੇ ਵੱਡੇ ਵੀ ਪੜਿਆ, ਛੋਟੇ ਵੀ ਪੜਿਆ, ਤੇ ਆਨਸਰ ਕਿਹੜੇ ਤਰੀਕੇ ਨਾਲ ਮੈਂ ਤੁਹਾਨੂੰ ਫਾਈਂਡ ਆਊਟ ਕਰਾ ਕੇ ਲੈ ਕੇ ਆਇਆ, ਹਨਾ। ਇਹ 'ਚ ਆਪਣੇ ਕੀ ਸੀ, ਉਹਨਾਂ ਨੇ ਦੇਖਿਆ, ਹਾਂ ਉਹ ਕਹਿੰਦਾ ਵੀ ਕੋਈ ਘੱਟ ਖਾਂਦਾ ਹੈ ਕੋਈ ਵੱਧ ਖਾਂਦਾ ਹੈਗਾ, ਉਹ ਆ ਦੇਖੋ ਇੱਥੇ ਦਿੱਤਾ ਸੀ ਨਾ, ਚੇਂਜ ਆਫ ਡਾਈਟ ਐਂਡ ਇਨਕਰੀਜ਼ ਇਨ ਐਕਸਰਸਾਈਜ਼, ਵੀ ਜੇ ਆਪਣੀ ਡਾਈਟ ਨੂੰ ਚੇਂਜ ਕਰੋ ਤੇ ਐਕਸਰਸਾਈਜ਼ ਨੂੰ ਵਧਾਓ, ਲਾਈਫ ਸਟਾਈਲ ਚੇਂਜ ਦੀ ਗੱਲ ਕਰੀ ਸੀਗੀ। ਤਾਂ ਇਹਦੇ 'ਚ ਸਾਈਡ ਇਫੈਕਟ ਦੱਸੇ ਸੀ ਬੱਚੇ, ਦੇਖੋ ਸਾਈਡ ਇਫੈਕਟ, ਉਹ ਡੇਂਜਰ ਜਿਹੜੇ ਲੁਕੇ ਹੋਏ ਸੀਗੇ, ਕਈ ਵਾਰ ਮੌਤ ਹੋ ਜਾਂਦੀ ਹੈ। ਤੇ ਲਾਸਟ 'ਚ ਤਾਂ ਬੱਚਿਆ ਜਿਹੜਾ ਮਾਊਸ ਵਰਡ ਹੈ ਇਹਨੇ ਇਹ 'ਤੇ ਐਕਸਪੈਰੀਮੈਂਟ ਹੋਇਆ, ਤਾਂ ਉਧਰ ਰੋਡੈਂਟ ਸੀਗਾ ਤਾਂ ਉਹ 'ਤੇ ਐਕਸਪੈਰੀਮੈਂਟ ਆਪਾਂ ਡੈਫੀਨੇਟਲੀ ਆਪਣੇ ਆਨਸਰ ਹੋਏ। ਉਮੀਦ ਕਰੂੰਗਾ ਮੈਂ ਦਿਲੋਂ ਪੜਾਇਆ, ਤੇ ਜਿੰਨੇ ਬੱਚੇ ਵੀਡੀਓ ਦੇਖ ਕੇ ਲਾਸਟ ਤੱਕ ਦੇਖਣਗੇ ਤਾਂ ਉਹ ਐਗਜ਼ਾਮ ਬਹੁਤ ਅੱਛੇ ਤਰੀਕੇ ਨਾਲ ਕਰਨਗੇ। ਕਿਸੇ ਇੰਸਟੀਟਿਊਟ 'ਚ ਪ੍ਰੈਪਰੇਸ਼ਨ ਵੀ ਕਰਦੇ ਹੋ ਤਾਂ ਉਹ ਵੀ ਬਹੁਤ ਅੱਛੇ ਤਰੀਕੇ ਨਾਲ ਹੋਗੀ। ਤੇ ਲਾਸਟ ਤੇ ਅਗੇਨ ਮੈਂ ਜਿਵੇਂ ਹਰ ਵੀਡੀਓ ਤੁਹਾਨੂੰ ਕਹਿਣਾ ਹੁੰਦਾ ਬੱਚੇ, ਹੈਲਪਿੰਗ ਹੈਂਡ ਹੋਏਗਾ ਤੁਹਾਡੇ ਲਈ, ਇਹ ਮੇਰਾ ਪਰਸਨਲ ਨੰਬਰ ਹੈ, ਜਦੋਂ ਮਰਜ਼ੀ ਤੁਸੀਂ ਟਾਕ ਕਰ ਸਕਦੇ ਹੋ, ਕਿ ਟੈਕਸਟ ਕਰਕੇ ਆਪਣੇ ਆਪ ਨੂੰ ਇੰਟਰੋਡਿਊਸ ਕਰੋ, ਕੋਈ ਵੀ ਕੁਐਸਚਨ ਅਰਾਈਜ਼ ਕਰੋ, ਵਿਦਿਨ 1 or 2 ਡੇਜ਼ ਮੈਂ ਤੁਹਾਨੂੰ ਉਸ ਚੀਜ਼ ਦਾ ਰਿਪਲਾਈ ਦੇ ਦੂੰਗਾ। ਅਗੇਨ ਬੱਚੇ ਮੈਂ ਤੁਹਾਨੂੰ ਸ਼ੋ ਕਰਦਾ ਰਮਨਸ ਅਕੈਡਮੀ, ਇਹ ਬੱਚੇ ਸਾਡਾ ਫੇਸਬੁੱਕ ਤੇ ਵੀ ਹੈ ਤੇ ਇੰਸਟਾਗ੍ਰਾਮ ਤੇ ਵੀ ਹੈ। ਇਹ ਤੇ ਤੁਹਾਨੂੰ ਇੱਕ ਮੋਟੀਵੇਸ਼ਨ ਮਿਲੇਗੀ ਇਸ ਪੇਜ ਤੇ, ਰਮਨਸ ਅਕੈਡਮੀ ਪੇਜ ਦੇ ਉੱਤੇ, ਕਿ ਸਰ ਦੇ ਰਿਜ਼ਲਟ ਕਿਵੇਂ ਦੇ ਆ ਪ੍ਰੋਪਰ। ਮੈਂ ਚ ਆਪਣੇ ਇੰਸਟੀਟਿਊਟ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨੂੰ ਅਪਲੋਡ ਕੀਤਾ ਹੋਇਆ ਹੈਗਾ, ਮੈਂ ਆਪਣੇ ਬੱਚਿਆਂ ਦੇ ਰਿਜ਼ਲਟਸ ਨੂੰ, ਸਾਡੀਆਂ ਅਚੀਵਮੈਂਟਸ ਨੂੰ, ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲੇਗੀ। ਫਿਰ ਵੀ ਜੇ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਆਊਗਾ ਤਾਂ ਆਲਵੇਜ਼ ਰੈਡੀ ਟੂ ਹੈਲਪ ਯੂ। ਤੇ ਇਹ ਸਪੈਸ਼ਲ ਵੀਡੀਓਜ਼ ਬਣਾਉਣ 'ਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ, ਤੇ ਮੈਨੂੰ ਇੰਟਰਨਲੀ ਹੈਪੀਨੈਸ ਹੁੰਦੀ ਹੈ ਕਿ ਮੈਂ ਬਹੁਤ ਬੱਚਿਆਂ ਦੇ ਦਿਲਾਂ ਤੇ, ਮੈਨੂੰ ਉਹਨਾਂ ਨੂੰ ਖੁਸ਼ ਦੇਖ ਕੇ ਮੈਂ ਰੀਅਲ ਹੈਪੀ ਫੀਲ ਕਰਦਾ।
ਤਾਂ ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਪਿਆਰ ਮਿਲਦਾ ਹੈਗਾ ਤੇ ਮੈਂ ਨਵੀਆਂ ਐਵੇਂ ਦੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦਾ ਰਹੂੰਗਾ, ਜਿਹਦੇ ਨਾਲ ਤੁਹਾਡਾ ਜਿਹੜਾ ਐਗਜ਼ਾਮ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਕਲੀਅਰ ਹੋਏਗਾ ਤੇ ਫਸਟ ਅਟੈਂਪਟ 'ਚ ਕਲੀਅਰ ਹੋਏਗਾ। ਸੋ ਥੈਂਕ ਯੂ ਸੋ ਮਚ, ਬਹੁਤ ਰਿਸਪੈਕਟ ਸਾਰਿਆਂ ਦੀ, ਦਿਲੋਂ ਪਿਆਰ ਰਮਨ ਸ਼ਰਮਾ ਦਾ। ਸੋ ਗੁੱਡ ਲੱਕ ਫॉर ਯੋਰ ਐਗਜ਼ਾਮ, ਜਿਨ੍ਹਾਂ ਦਾ ਐਗਜ਼ਾਮ ਹੈ 21 ਦਾ, ਤੇ ਜਿਹੜੇ ਪ੍ਰੈਪਰੇਸ਼ਨ ਕਰ ਰਹੇ ਹੋ ਬਹੁਤ ਦਿਲੋਂ ਪ੍ਰੈਪਰੇਸ਼ਨ ਕਰੋ। ਥੈਂਕ ਯੂ ਸੋ ਮਚ, ਬਾਏ ਰਮਨ ਸ਼ਰਮਾ, ਗੁੱਡ ਬਾਏ।